ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ। ਮੈਂ ਤੁਹਾਡਾ ਹੋਸਟ ਅਮਰਜੀਤ ਸਿੰਘ ਸੈਕਰਾਮੈਂਟੋ ਤੋਂ। ਅੱਜ ਇਹੋ 91 91 ਜਿਹੜਾ ਸਾਡਾ ਐਪੀਸੋਡ ਆ ਚਰਚਾ ਪ੍ਰੋਗਰਾਮ ਦਾ, ਉਹ ਲੈ ਕੇ ਆਏ ਆ। ਸੇ ਪ੍ਰੋਗਰਾਮ ਕੋਈ 3 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ, ਜਦੋਂ ਕਿਸਾਨ ਅੰਦੋਲਨ ਨੇ ਬੜੀ ਗਰਮੀ ਫੜੀ ਤੇ ਉਹ ਦਿੱਲੀ ਬਾਰਡਰ ਵੱਲ ਵਧੇ। ਉਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ। ਉਸ ਤੋਂ ਬਾਅਦ ਅਸੀਂ ਫਿਰ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਰੰਗ ਲਿਆਂਦੇ, ਜਿਸ ਤਰੀਕੇ ਦੇ ਨਾਲ ਅਸੀਂ ਕਵੀ ਦਰਬਾਰ ਵੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਗ੍ਰਾਮ ਸਭਾ ਦਾ ਪ੍ਰੋਗਰਾਮ ਵੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹੋ ਹੀ ਸਾਡੀ ਇੱਛਾ ਹੁੰਦੀ ਆ ਕਿ ਵੱਧ ਤੋਂ ਵੱਧ ਜਿਹੜੀ ਵਧੀਆ ਇਨਫੋਰਮੇਸ਼ਨ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਸੋ ਸਾਰੇ ਸਰੋਤਿਆਂ ਦੇ ਅੱਗੇ ਇਹੀ ਰਿਕੁਐਸਟ ਆ ਕਿ ਜੋ ਵੀ ਸਰੋਤੇ ਸਾਨੂੰ ਅੱਜ ਸੁਣ ਰਹੇ ਆ, ਉਹ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਸਾਡੀ ਆਵਾਜ਼ ਉਹ ਪਹੁੰਚ ਸਕੇ। ਔਰ ਤੁਹਾਡਾ ਇੱਥੋਂ ਤੱਕ ਦਾ ਸਾਥ ਦੇਣ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਸਰੋਤੇ ਸਾਨੂੰ ਹਰ ਰੋਜ਼ ਸੁਣਦੇ ਨੇ, ਸਾਡੇ ਨਾਲ ਇਹ ਜੋ ਗੁਫ਼ਤਗੂ ਅਸੀਂ ਕਰਦੇ ਆ ਉਹਦੇ ਤੇ ਵਿਚਾਰ ਚਰਚਾ ਕਰਦੇ ਨੇ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਮੈਸੇਜ ਕਰਕੇ ਸਾਡੀਆਂ ਗਲਤੀਆਂ ਵੀ ਦੱਸਦੇ ਨੇ ਤੇ ਸਾਡੀਆਂ ਤਾਰੀਫਾਂ ਵੀ ਕਰਦੇ ਨੇ, ਸਾਨੂੰ ਹੌਸਲਾ ਵੀ ਦਿੰਦੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਦਾ ਜੋ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਥੋੜੀ ਜਿਹੀ ਚਰਚਾ ਕਰਾਂਗੇ ਇੱਕ ਸੰਸਥਾ ਦੇ ਉੱਤੇ। ਤਕਰੀਬਨ ਕਾਫੀ ਇੰਡੀਆ ਦੇ ਲੋਕ ਔਰ ਬਾਹਰਲੇ ਲੋਕ ਇਸ ਸੰਸਥਾ ਬਾਰੇ, ਨਾਂ ਬਾਰੇ ਜਾਣਦੇ ਨੇ, ਇਸ ਸੰਸਥਾ ਬਾਰੇ ਜਾਣਦੇ ਨੇ। ਇਸ ਸੰਸਥਾ ਦਾ ਨਾਮ ਹੈ RSS। ਸੋ ਸਾਡਾ ਅੱਜ ਦਾ ਟੌਪਿਕ RSS ਤੇ ਹੈ ਕਿ RSS ਕਿਸ ਤਰੀਕੇ ਦੇ ਨਾਲ ਇਹੋ ਹੋਂਦ ਵਿੱਚ ਆਈ, ਇਹ ਸੰਸਥਾ ਕਿਸ ਤਰੀਕੇ ਦੇ ਨਾਲ ਆਪਣਾ ਪਸਾਰਾ ਕਰ ਰਹੀ ਆ, ਤੇ ਕਿਸ ਤਰੀਕੇ ਦੇ ਨਾਲ ਇਹ ਸੰਸਥਾ ਨੇ ਅੱਜ ਤੱਕ ਆਪਣਾ ਜੋ ਪੈਰ ਜਮਾਏ ਆ, ਤੇ ਇਹਦੇ ਕੀ ਕਾਰਗੁਜ਼ਾਰੀ ਰਹੀ ਆ ਭਾਰਤ ਦੇ ਲਈ, ਇਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਆ ਆਪਣੇ ਜੋ ਵੀ ਹੁਣ ਤੱਕ ਦਾ ਭਾਰਤ ਦਾ ਜੋ ਇਤਿਹਾਸ ਆ ਉਹਦੇ ਵਿੱਚ ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ। ਅਸੀਂ ਇਹ ਸਾਰੀਆਂ ਗੱਲਾਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤੇ ਇਸ ਪ੍ਰੋਗਰਾਮ ਦੇ ਵਿੱਚ ਹਰਤਾਜ ਗਰੇਵਾਲ ਜੀ ਜੁੜਿਆ ਸਾਡੇ ਨਾਲ, ਜਿਹੜੇ ਕਿ ਇਸ ਟੌਪਿਕ ਦੇ ਉੱਤੇ ਸਾਡੇ ਨਾਲ ਗੱਲ ਕਰਨਗੇ। ਹਰਤਾਜ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਵੀਰ। ਹਾਂਜੀ, ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਇਹ ਸਾਡੀ ਇੱਕ ਆਪਣਾ ਵਿਊ ਆ ਜਿਹੜਾ ਅਸੀਂ ਤੁਹਾਨੂੰ ਦੱਸਣ ਲੱਗੇ ਆ ਇਸ ਸੰਸਥਾ ਦੇ ਬਾਰੇ ਚ। ਹੋ ਸਕਦਾ ਅਸੀਂ ਇਸ ਗੱਲ ਦੇ ਉੱਤੇ ਨਾ 100% ਸਹੀ ਹੋਈਏ, ਹੋ ਸਕਦਾ 70% ਸਹੀ ਹੋਈਏ, 80% ਸਹੀ ਹੋਈਏ, 90% ਸਹੀ ਹੋਈਏ। ਔਰ ਤੁਸੀਂ ਇਸ ਤਰੀਕੇ ਨੂੰ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਆ, ਸਾਨੂੰ ਆਪਣੇ ਵਿਊ ਜ਼ਰੂਰ ਦਿਓ, ਕਿਉਂਕਿ ਇਹ ਬਹੁਤ ਹੀ ਇੱਕ ਇੰਪੋਰਟੈਂਟ ਇਸ਼ੂ ਆ ਜਿਹੜਾ ਕਿ ਇਸ ਵਕਤ ਜੇ ਅਸੀਂ ਦੇਖਿਆ ਜਾਵੇ ਤਾਂ ਇਹ ਸੰਸਥਾ ਦੇ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਦਿਖਾਈ ਭਾਰਤ ਦੇ ਵਿੱਚ ਜਦੋਂ ਦੀ ਇਹ ਬਣੀ ਹੋਈ ਆ। ਸੋ ਮੈਂ ਪਹਿਲਾ ਕੁਐਸਚਨ ਆਪਣੇ ਗਰੇਵਾਲ ਸਾਹਿਬ ਨੂੰ ਇਹ ਕਰੂੰਗਾ। ਗਰੇਵਾਲ ਸਾਹਿਬ, ਇਸ ਸੰਸਥਾ ਦੀ ਜਿਹੜੀ ਸ਼ੁਰੂਆਤ ਆ ਉਹ ਕਿਹੜੇ ਸਾਲ ਦੇ ਵਿੱਚ ਹੋਈ? ਦੇਖੋ ਅਮਰ, ਜਿਹੜੀਆਂ ਬੇਸਿਕ ਗੱਲਾਂ ਨੇ RSS ਬਾਰੇ, ਕਦੋਂ ਸ਼ੁਰੂ ਹੋਈ 1932 ਚ ਦੱਸਿਆ ਜਾਂਦਾ। ਮੋਢੀ ਸੀ ਗਵਾਲਕਰ ਨਾਂ ਦਾ ਕੋਈ ਐਸਾ ਇੱਕ ਨਾਂ ਜਿਹਾ ਵਾ, ਮੇਰੇ ਨਿਕਲ ਗਿਆ ਦਿਮਾਗ ਚੋਂ। 32 ਚ ਇਹਦਾ ਗਠਨ ਹੁੰਦਾ ਤੇ ਜੀ ਇੱਕ ਵੀਰ ਸਵਾਰਕਰ ਹੋਇਆ, ਜਿਹਨੂੰ ਹੁਣ ਇਹ ਬਹੁਤ ਵੱਡਾ ਦੇਸ਼ ਭਗਤ ਬਣਾਉਣ ਦੀ ਪੇਸ਼ ਕਰਕੇ ਦਿਖਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਇਹਨਾਂ ਦਾ ਵੀਰ ਸਵਾਰਕਰ ਵੀ ਹੋਇਆ ਜੀ, ਮਹਾਤਮਾ ਗਾਂਧੀ ਦੇ ਲੈਵਲ ਦਾ ਜੀ। ਸੋ ਇਹ ਚੀਜ਼ਾਂ ਬੇਸਿਕ ਨੇ ਵੀ ਇਹਨਾਂ ਦਾ ਇੱਕ ਨਾਰਾ ਵੀ ਹੈ ਅਮਰ। ਉਹ ਨਾਰਾ ਵਾ ਤੁਸੀਂ ਆਮ ਹੀ ਸੁਣਿਆ ਹੋਣਾ ਬਈ ਇਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ। ਇੱਕ ਬੇਸਿਕ ਚੀਜ਼ਾਂ ਜਿਹੜੀਆਂ ਆਮ ਜਨਤਾ ਚ ਪ੍ਰਚਲਿਤ ਆ, ਇਹ ਕੋਈ ਇਹਦਾ ਮੇਰਾ ਇਹ ਮੰਨਣਾ ਕਿ ਇਹ ਚੀਜ਼ਾਂ ਠੀਕ ਹੈ, ਚੱਲਦੀਆਂ ਬਹੁਤ ਦੇਰ ਤੋਂ ਚੱਲਦੀਆਂ। ਜਦੋਂ ਤੋਂ ਆਜ਼ਾਦੀ ਤੋਂ ਬਾਅਦ ਦਾ ਜੋ ਹੋਇਆ ਕਿ ਜੀ ਇੱਕ ਸੈਕੂਲਰ ਮੁਲਕ ਆ, ਇੱਥੇ ਸਾਰੀਆਂ ਹਜ਼ਾਰਾਂ ਜਾਤਾਂ, ਧਰਮਾਂ, ਬੋਲੀਆਂ ਇੱਥੇ ਗੁਜ਼ਰ ਬਸਰ ਕਰਦੀਆਂ, ਬਹੁਤ ਵੱਡਾ ਡੈਮੋਕ੍ਰੇਟਿਕ ਕੰਟਰੀ ਬਣ ਗਿਆ ਇਹ। ਰਾਈਟ, ਇਹਦੀਆਂ ਚਰਚਾਵਾਂ ਚੱਲਦੀਆਂ। ਇਹ ਉਸ ਟਾਈਮ ਤੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਰਹੇ, ਉਸ ਟਾਈਮ ਤੋਂ।
ਜਦੋਂ ਜੀ। ਅਸੀਂ ਕਹਿੰਦੇ ਸੀ ਵੀ ਅਸੀਂ ਬੜੇ ਮਾਣ ਨਾਲ ਫਕਰ ਨਾਲ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜੀ ਇੱਕ ਬਹੁਤ ਵੱਡੀ ਵਰਲਡ ਦੀ ਇੱਕ ਡੈਮੋਕ੍ਰੇਟਿਕ ਸ਼ਕਤੀ ਆ ਦੇ ਰੂਪ ਦੇ ਵਿੱਚ ਸਾਹਮਣੇ ਆਈ ਆ, ਜਿਹੜਾ ਭਾਰਤ ਮੁਲਕ ਆ। ਸੋ ਇਹ ਪਹਿਲੇ ਦਿਨਾਂ ਤੋਂ ਮਤਲਬ ਇਹਨਾਂ ਦਾ ਹਿੰਦੂ ਰਾਸ਼ਟਰ ਦਾ ਨਾਰਾ ਚੱਲਦਾ, ਇਹ ਲੋਕਾਂ ਦੇ ਦਿਮਾਗ 'ਚ ਭਰਨ ਜਾ ਰਹੇ ਆ, ਸਿਰਫ ਤੇ ਸਿਰਫ ਇਸ ਕਰਕੇ ਅਮਰ ਕਿ ਹਿੰਦੂ ਇਸ ਮੁਲਕ 'ਚ ਬਹੁ ਗਿਣਤੀ ਜਿਹੜਾ ਧਰਮ ਆ ਉਹਦੇ ਲੋਕ ਰਹਿੰਦੇ ਆ। ਤੁਸੀਂ ਅਮਰ ਪਿੱਛੇ ਜਾਓ, ਇਹ ਗੂਗਲ ਕਰ ਲਓ ਜਿਹੜੀਆਂ ਚੀਜ਼ਾਂ ਮੈਂ ਬੇਸਿਕ, ਉਹਦੇ ਤੇ ਟਾਈਮ ਨਹੀਂ ਖਰਾਬ ਕਰਨਾ। ਅਸਲ ਦੇ ਵਿੱਚ ਕਨਸੈਪਟ ਕੀ ਹੈ ਇਹਨਾਂ ਦਾ, ਇਹ ਕਿਵੇਂ ਕੰਮ ਕਰਦੇ ਆ। ਇਹਨਾਂ ਨੇ ਰਾਜਨੀਤੀ ਦੀ ਕਹਿ ਲਓ ਵੀ ਜਿਹੜੀ ਉਹਦੇ ਮਾਨੇ ਹੀ ਬਦਲਤੇ ਤੇ ਇਹ ਕੰਮ ਕਰਨ ਦਾ ਤੌਰ ਤਰੀਕਾ ਹੀ ਬਦਲਤਾ ਹੈ, ਤੇ ਇਹਨਾਂ ਨੇ ਸਾਰਾ ਸਿਸਟਮ ਇਸ ਤਰ੍ਹਾਂ ਦਾ ਰੱਖਿਆ ਹੋਇਆ, ਸਾਰੀਆਂ ਪਾਰਟੀਆਂ ਦੇ ਬੰਦੇ ਫਿੱਟ ਕਰਕੇ, ਜਿਵੇਂ ਆਪਾਂ ਕਿਤੇ ਕੋਈ ਖੁਫੀਆ ਲਾਉਣੇ ਆ, ਆਪਾਂ ਕਿਸੇ ਬੰਦੇ ਨੂੰ ਮਿਸ਼ਨ ਤੇ ਭੇਜਦੇ ਆ ਜੀ, ਉਵੇਂ ਇਹ ਦੂਜੀਆਂ ਪਾਰਟੀਆਂ 'ਚ ਬੰਦੇ ਭੇਜਦੇ ਆ। ਹੁਣ ਤੱਕ ਜਿਹੜਾ ਮਤਲਬ ਜਿਹੜੀ ਹੈਰਾਨੀ ਦੀ ਗੱਲ ਜਿਹੜੀ ਇਹ ਆ, ਹੈਰਾਨੀ ਦੀ ਜਿਹੜੀ ਹਰ ਬੰਦੇ ਦੇ ਸਮਝ ਨਹੀਂ ਪੈਂਦੀ, ਮੇਰੀ ਪਿਛਲੇ ਨਹੀਂ ਪੈਂਦੀ ਬਾਈ ਜੀ, ਉਹ ਨਹੀਂ ਮੰਨਣ ਨੂੰ ਤਿਆਰ। ਸੋ ਕਹਿਣ ਦਾ ਮਤਲਬ ਤੁਸੀਂ ਗੂਗਲ ਕਰ ਲਓ ਬੇਸਿਕ ਜਾਣਕਾਰੀ। ਆਪਾਂ ਉਹ ਤੋਂ ਹਟ ਕੇ ਕਿਵੇਂ ਹਿੰਦੂਤਵ ਦਾ ਨਾਰਾ ਜਾਂ ਹਿੰਦੂ ਰਾਸ਼ਟਰ ਦਾ ਨਾਰਾ ਹੈ, ਇਹਨਾਂ ਤੇ ਗੱਲ ਕਰਦੇ ਹਾਂ। ਜਦੋਂ ਆਪਾਂ ਸੈਕੂਲਰ ਮੁਲਕ ਦੀਆਂ ਦੁਹਾਈਆਂ ਦਿੰਦੇ ਆ ਪਹਿਲੇ ਦਿਨ ਤੋਂ ਵੀ, ਐਡਾ ਵੱਡਾ ਸੈਕੂਲਰ ਮੁਲਕ ਹੈ। ਤੁਹਾਨੂੰ ਯਾਦ ਹੋਣਾ ਅਮਰ, ਜਦੋਂ ਬਹੁਤ ਸਮਾਂ ਪਹਿਲਾਂ ਜਿਸ ਵਕਤ ਕਾਂਗਰਸ ਦੇ ਸਰਕਾਰ ਦੇ ਵਿੱਚ ਨਰਸਿਮਹਾ ਰਾਓ ਹੁੰਦੇ ਸੀ, ਨਰਸਿਮਹਾ ਰਾਓ ਸਰਕਾਰ ਆਈ ਹੈ, ਅੱਛਾ, ਉਦੋਂ ਇੱਕਦਮ ਅਚਾਨਕ ਜਿਹੜੀ ਇਹ ਚਰਚਾ ਵਾ ਹਿੰਦੂ ਰਾਸ਼ਟਰ ਦੀ ਵਧੀ ਸੀ ਉਹ ਸਮੇਂ ਤੋਂ ਲੈ ਕੇ। ਜਿਨ੍ਹਾਂ ਨੂੰ ਜਾਣਕਾਰੀ ਹੈ ਵੀ ਉਸ ਟਾਈਮ ਤੇ ਇੱਕ ਵਾਰੀ ਵਧੀ ਸੀ, ਜਦੋਂ ਰੱਥ ਯਾਤਰਾ ਵੀ ਨਿਕਲੀ ਸੀ ਅਡਵਾਨੀ ਜੀ ਵੱਲੋਂ, ਜਾਂ ਹੋਰ ਇਹ ਚੀਜ਼ਾਂ ਵਾਪਰੀਆਂ 84 ਤੋਂ ਬਾਅਦ। ਅੱਛਾ, ਤੇ ਹੁਣ ਬਹੁਤੇ ਲੋਕਾਂ ਨੂੰ, ਹੁਣ ਕਈ ਜਿਹੜੇ ਵੱਡੇ ਪੱਤਰਕਾਰ ਅਮਰ, ਉਹ ਪਤਾ ਕੀ ਗੱਲ ਮੰਨੀ ਬੈਠੇ ਆ, ਜਿਹੜੇ ਸਿਆਣੇ ਪੱਤਰਕਾਰ ਨੇ, ਬਹੁਤ ਸਿਆਣੇ, ਵਾਕਈ ਸਿਆਣੇ ਨੇ ਉਹ। ਜਦੋਂ ਗੱਲ ਚੱਲਦੀ ਆ ਅਮਰ ਕਿ ਮੁਲਕ ਦੁਬਾਰਾ ਤੋਂ ਜਿਹੜਾ ਗੁਲਾਮੀ ਵੱਲ ਵੱਧ ਰਿਹਾ, ਤਾਂ ਉਹ ਕਹਿੰਦੇ ਨਹੀਂ ਜੀ ਇਹ ਇੰਪੋਸੀਬਲ ਆ, ਅਸੀਂ ਇਹਨੂੰ ਮੰਨਦੇ ਹੀ ਨਹੀਂ। ਬਾਕੀ ਸਾਰੀਆਂ ਗੱਲਾਂ ਉਹ ਮੰਨਦੇ ਆ, ਸੁਣਦੇ ਆ, ਸਮਝਦੇ ਆ, ਤੇ ਬਹੁਤ ਦੂਰ ਅੰਦੇਸ਼ ਵੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਲੰਘੀ ਤੇ ਉਹਨਾਂ ਦੀਆਂ ਪ੍ਰੈਡਿਕਸ਼ਨ ਜਾਂ ਹੋਰ ਚੀਜ਼ਾਂ ਬਹੁਤ ਕਾਰਗਰ ਸਿੱਧ ਹੋਈਆਂ ਨੇ। ਅਗਰ ਉਹਨਾਂ ਨੂੰ ਪਰ ਆਪਾਂ ਅੱਗੇ ਜਾ ਕੇ ਇਹ ਗੱਲ ਕਹਿ ਦਈਏ ਕਿ ਜੇ ਸਾਡੇ ਵਰਗਾ ਕੋਈ ਨੌਜਵਾਨ ਸਾਥੀ ਕਿ ਨਹੀਂ ਜੀ ਮੁਲਕ ਦੁਬਾਰਾ ਗੁਲਾਮੀ ਵੱਲ ਵੱਧ ਰਿਹਾ ਵਾ, ਵੀ ਗੁਲਾਮ ਕਰਨ ਦੀਆਂ ਕੋਸ਼ਿਸ਼ਾਂ, ਉਹਨੂੰ ਮੂਲੋਂ ਰੱਦ ਕਰਦੇ ਆ ਇਹ ਗੱਲ ਨੂੰ। ਅੱਛਾ, ਮੂਲੋਂ ਰੱਦ ਵੀ ਨਹੀਂ ਇਹ ਇੰਪੋਸੀਬਲ ਆ। ਜਦੋਂ ਤੁਸੀਂ ਇਸ ਚੀਜ਼ ਨੂੰ ਮੂਲੋਂ ਰੱਦ ਕਰ ਦੋਗੇ, ਫਿਰ ਜਿਹੜੇ ਉਹਦੇ ਅਸਲੀ ਜਿਹੜੇ ਅੰਦਰ ਫੈਕਟ ਨੇ, ਜਿਹੜੇ ਆਮ ਜਨਤਾ ਨੂੰ ਦਿਸਦੇ ਨਹੀਂ, ਉਹ ਤੁਹਾਨੂੰ ਵੀ ਨਹੀਂ ਸਮਝ ਆ ਸਕਦੇ। ਮੈਂ ਇੱਕ ਦੋ ਚੀਜ਼ਾਂ ਤੁਹਾਡੇ ਸਾਹਮਣੇ ਕਰਨੀਆਂ, ਗੁਲਾਮ ਕਰਨ ਦੀਆਂ, ਜਿਹੜੀਆਂ ਦਿਸ ਰਹੀਆਂ ਨੇ ਇਹਨਾਂ ਵੱਡੇ ਪੱਤਰਕਾਰਾਂ ਨੂੰ, ਪਰ ਇਹ ਮੰਨਣ ਨੂੰ ਤਿਆਰ ਨਹੀਂ। ਪ੍ਰਾਈਵੇਟੇਸ਼ਨ ਕਿੱਡੀਆਂ ਫਰਮਾਂ ਦਾ ਤੁਸੀਂ ਦੇਖ ਲਿਆ ਨਾ, ਰੇਲਵੇ, 에ਅਰਲਾਈਨਸ, ਇਹ ਕਿੱਧਰ ਨੂੰ ਜਾ ਰਿਹਾ। ਸਹੀ ਗੱਲ ਹੈ। ਮੈਂ ਸਭ ਤੋਂ ਵੱਡੀ ਉਦਾਹਰਨ ਦੇਣ ਲੱਗਿਆ ਵਾਂ, ਦਰਬਾਰ ਸਾਹਿਬ ਨਾਲ ਸਾਰੀ ਜੱਗ ਜ਼ਾਹਰ ਆ ਕਿ RSS ਦਰਬਾਰ ਸਾਹਿਬ ਤੇ ਇਹਨਾਂ ਦੀ ਟਸਲ ਚੱਲਦੀ ਹੈ। ਹੁਣ ਲੋਕਾਂ ਨੂੰ ਕਹਿੰਦੇ ਆ ਕਿ ਨਹੀਂ ਜੀ ਅਸੀਂ ਮੰਨਦੇ ਆ। ਇਹਨਾਂ ਨੇ ਇੱਕ ਝੰਡਾ ਬਣਾਇਆ, ਜਿਹੜਾ RSS ਦਾ ਝੰਡਾ, ਉਹ ਖਾਲਸੇ ਦੇ ਨਿਸ਼ਾਨ ਦੇ ਨਾਲ ਦਾ ਝੰਡਾ, ਪਰ ਉਹ 'ਚ ਫਰਕ ਆ, ਉਹ 'ਚ 3 ਕੱਟ ਦੇ ਦਿਖਾਏ ਹੋਏ ਆ। ਜਿਹੜਾ RSS ਦਾ ਆਪਣਾ ਤਕੂਨਾ ਜਿਹਾ, ਅੱਛਾ, ਖਾਲਸੇ ਦਾ। ਅੱਛਾ, ਦਰਬਾਰ ਸਾਹਿਬ ਨਾਲ ਇਹਨਾਂ ਦਾ ਕੀ ਮਸਲਾ ਵਾ? ਕਿਉਂ ਦਰਬਾਰ ਸਾਹਿਬ ਨੂੰ ਕਿਤੇ ਨਾ ਕਿਤੇ ਨੁਕਸਾਨ ਦੇਣਾ ਚਾਹੁੰਦੇ ਆ? ਇਹ ਸਾਰੇ ਬਹੁਤ ਵਾਰ ਬੋਲ ਚੁੱਕੇ ਆ, ਤੇ ਦਰਬਾਰ ਸਾਹਿਬ ਦੀ ਤਰਜ਼ ਤੇ ਇੱਕ ਦਰਬਾਰ ਸਾਹਿਬ ਵੀ ਬਣਾਇਆ ਹੋਇਆ। ਕਿਉਂ? ਪੰਜਾਬ ਦੇ ਸਾਰੇ ਗੁਰਦੁਆਰੇ ਇਤਿਹਾਸਕ ਜੜਾਂ ਤੋਂ ਪੱਟ ਕੇ ਮਾਰੇ, ਜੜਾਂ ਤੋਂ ਪੱਟ ਕੇ ਮਾਰੇ, ਉਹਦੀ ਜੜ ਮਣੀ ਮਤਲਬ ਨਿਉ ਮਣੀ ਛੱਡੀ, ਕੱਢ ਕੇ ਐਨ ਸਾਫ਼ ਕਰਕੇ ਨਵੇਂ ਬਣਾ ਕੇ ਤੁਹਾਡੇ ਮੂਹਰੇ ਧਰਤੇ। ਅਸੀਂ ਪਰੋਸ ਤੇ ਅਸੀਂ ਮੰਨ ਲਏ, ਸਾਡੇ ਗੁਰਦੁਆਰੇ ਬਹੁਤ ਵੱਡੇ ਹੋ ਰਹੇ ਆ, ਨਵੇਂ ਬਣ ਰਹੇ ਆ। ਗੁਰਦੁਆਰੇ ਪੁਰਾਣੇ ਢਾਉਣ ਦੀ ਕੀ ਲੋੜ ਸੀ? ਉਹ ਤਾਂ ਬੜੇ ਛੋਟੇ ਬਣੇ ਸੀ, ਉਹਨਾਂ ਤੋਂ ਨਾਲ ਰੱਖਦੇ ਆਪਣੀ ਇਤਿਹਾਸਕ
ਜਾਂ ਆਪਣੀਆਂ ਜਾ- ਜਿਹੜੀਆਂ ਯਾਦਾਂ ਆ ਉਹਨਾਂ ਨੂੰ ਤੋੜਨ ਦੀ ਲੋੜ ਨਹੀਂ ਸੀ, ਉਹਨਾਂ ਸੰਭਾਲਦੇ। ਇਹ ਕਿੱਧਰ ਨੂੰ ਜਾ ਰਿਹਾ? ਕਿਉਂ ਨਹੀਂ ਤੁਹਾਡੇ ਦਿਮਾਗ 'ਚ ਇਹ ਗੱਲ ਚੱਲ ਰਹੀ ਕਿ ਬਈ ਜੀ ਮੁਲਕ ਹੋ ਨਹੀਂ ਸਕਦਾ, ਗੁਲਾਮ ਨਹੀਂ ਹੋ ਸਕਦਾ? ਹੋ ਸਕਦਾ, ਮੈਂ ਮੰਨਦਾ ਇਹ ਗੱਲ ਨੂੰ ਵੀ ਜਿਹੜੇ ਸਾਡੇ ਵਰਗੇ ਕੁਝ ਨੌਜਵਾਨ ਸਾਥੀ ਆ ਜਾਂ ਹੋਰ ਆ, ਸਮਝ 'ਚ ਫਰਕ ਤਾਂ ਰਹਿੰਦਾ ਹੀ ਆ ਅਮਰ। ਇਹ ਨਹੀਂ ਗੱਲ ਕਿ ਅਸੀਂ ਉਹਨਾਂ ਦਾ ਮੁਕਾਬਲਾ ਕਰ ਲਾਂਗੇ ਸਿਆਣੇ ਬੰਦੇ ਨੂੰ, ਨਹੀਂ, ਮੁਸ਼ਕਲ ਆ, ਬਹੁਤ ਮੁਸ਼ਕਲ ਆ ਹਰ ਪੱਖ ਤੋਂ। ਪਰ ਇਹ ਜਿਹੜੇ ਸਿੰਪਟਮ ਨੇ ਆ, ਜਿਹੜੇ ਜੋ ਕੁਝ ਦਿਸ ਰਿਹਾ, ਜਿਹੜੇ ਲੱਛਣ ਤੁਹਾਨੂੰ ਦਿਸਦੇ ਨੇ, ਇਹ ਕਾਹਦੇ ਲੱਛਣ ਨੇ? ਇਹ ਕਿੱਧਰ ਨੂੰ ਜਾਂਦੇ ਆ? ਕਿ ਵਿਰੋਧੀ ਪਾਰਟੀਆਂ ਨੂੰ ਪਹਿਲਾਂ ਤਾਂ ਈਵੀਐਮ ਦੀ ਦੁਰਵਰਤੋਂ ਕਰਨ ਦੇ ਦਿਓ, ਫਿਰ ਸੱਚੇ ਬਣ ਜਾਓ, ਸੁਬਰਾਮਨੀਅਮ ਸਵਾਮੀ ਤੋਂ ਇਹਦੇ ਖਿਲਾਫ ਸੁਪਰੀਮ ਕੋਰਟ 'ਚ ਐਪਲੀਕੇਸ਼ਨ ਪਵਾ ਦਿਓ, ਐਪਲੀਕੇਸ਼ਨ ਦੇ ਦੋ, ਫਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਣੀ, ਐਪਲੀਕੇਸ਼ਨ ਦੇ ਦੇਣੀ, ਉਹਦੀ ਪੈਰਵਾਈ ਨਾ ਕਰਨੀ, ਠੀਕ ਹੈ ਜੀ। ਫਿਰ ਹੁਣ ਕਿੱਧਰ ਗਈ ਉਹ ਸੁਬਰਾਮਨੀਅਮ ਸਵਾਮੀ? ਹੁਣ ਸੁਬਰਾਮਨੀਅਮ ਸਵਾਮੀ ਕਿੱਥੇ? ਹੁਣ ਕਿਉਂ ਨਹੀਂ ਬੋਲਦਾ ਉਹ? ਸੁਬਰਾਮਨੀਅਮ ਸਵਾਮੀ ਹੁਣ ਕਿਉਂ ਨਹੀਂ ਬੋਲਦਾ ਕਿ ਭਾਈ ਈਵੀਐਮ 'ਚ ਗੜਬੜ ਆ? ਰਾਈਟ। ਓਏ ਉਹੀ ਸੁਬਰਾਮਨੀਅਮ ਸਵਾਮੀ ਆ ਜਿਹੜਾ ਭਿੰਡਰਾਣੇ ਸੰਤਾਂ ਕੋਲੇ ਵੀ ਜਾਂਦਾ ਸੀ, ਤੇ ਦੂਜੇ ਪਾਸੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਅਡਵਾਨੀ ਇਹ ਕਹਿੰਦਾ ਸੀਗਾ ਕਿ ਅਸੀਂ ਪੂਰੀ ਹੱਲਾ ਸ਼ੇਰੀ ਦਿੱਤੀ ਆ ਇੰਦਰਾ ਗਾਂਧੀ ਨੂੰ ਅਟੈਕ ਕਰਨ ਦੀ, ਨਹੀਂ ਤਾਂ ਕਰਦੀ ਨਹੀਂ ਸੀ, ਉਹਨੇ ਕਰਨਾ ਨਹੀਂ ਸੀ। ਰਾਈਟ। ਸੋ ਬ੍ਰਦਰ, ਮਤਲਬ ਹਿੰਦੂ ਰਾਸ਼ਟਰ ਦਾ ਜਿਹੜਾ ਨਾਰਾ ਦਿੰਦੇ ਆ, ਸਿਰਫ ਬਹੁ ਗਿਣਤੀ ਮੁਲਕਾਂ ਨੂੰ ਉਹਨਾਂ ਨੂੰ ਖੁਸ਼ ਕਰਦੇ ਆ, ਜਿਵੇਂ ਖਾਲਿਸਤਾਨ ਦੇ ਨਹੀਂ ਦਿੰਦੇ ਹੁੰਦੇ ਸੀ ਇੱਕ ਧੜਾ, ਤੇ ਆਪਣਾ ਖਾਲਿਸਤਾਨ ਬਣਾਉਣਾ ਜੀ, ਆਪਾਂ ਖਾਲਿਸਤਾਨ ਅੱਜ ਵੀ ਦੇਈ ਜਾਂਦੇ ਆ। ਮੈਨੂੰ ਦੱਸੋ ਤਾਂ ਕਿੰਨੇ ਕੁ ਲੋਕ ਚਾਹੁੰਦੇ ਆ ਵੀ ਖਾਲਿਸਤਾਨ ਦਾ, ਮੈਨੂੰ ਇਹ ਇੰਨਾ ਹੀ ਦੱਸ ਦੋ, ਉਹਦਾ ਕੱਚਾ ਖਰੜਾ ਹੀ ਦੱਸ ਦੇਣ ਕਿ ਆਹ ਸਾਡਾ ਖਾਲਿਸਤਾਨ ਹੋਊ, ਖਾਲਿਸਤਾਨ ਦੇ ਵਿੱਚ ਆਹ ਬੰਦਾ ਵਾ ਮਹਾਰਾਜਾ ਰਣਜੀਤ ਸਿੰਘ ਦੇ ਕਰੈਕਟਰ ਵਰਗਾ। ਸਾਡੇ ਕੋਲੇ ਤਾਂ ਇੱਕ ਖਾਲਸੇ ਰਾਜ ਦੀ ਤਾਂ ਉਦਾਹਰਨ ਇੱਕ ਮਹਾਰਾਜਾ ਰਣਜੀਤ ਸਿੰਘ ਆ ਨਾ, ਕਰੈਕਟਰ, ਰਾਈਟ, ਕਿਰਦਾਰ, ਵੀ ਆਹ ਬੰਦਾ ਸਾਡੇ ਕੋਲੇ ਉਹ ਕਿਰਦਾਰ ਦਾ ਹੈਗਾ ਜਿਹੜਾ ਖਾਲਿਸਤਾਨ ਦਾ ਮੋਢੀ ਬਣੂਗਾ। ਆਹ ਬੰਦੇ ਨੇ ਤੇ ਜਿਹੜੇ ਇਹਦਾ ਰਾਜ ਕਰਨਗੇ, ਤੇ ਆਹ ਸਾਡਾ ਭਾਈ ਸਾਰਾ ਜੋ ਵੀ ਹੈ ਸਾਡੇ ਰਾਜ 'ਚ ਕੀ ਹੋਊਗਾ, ਇਹ ਚੀਜ਼ਾਂ। ਆਪਾਂ ਹਰਤਾਜ ਭਾਜੀ, ਆਪਾਂ ਥੋੜਾ ਜਿਹਾ ਨਾ, ਜਿਹੜਾ ਮੈਨੂੰ ਏਦਾਂ ਲੱਗਦਾ ਵੀ ਮੈਂ ਚਲੋ ਤੁਹਾਡੀਆਂ ਗੱਲਾਂ ਨਾਲ ਸਹਿਮਤ ਵੀ ਆ ਤੇ ਥੋੜਾ ਜਿਹਾ ਅਸਹਿਮਤ ਵੀ ਆ ਤੁਹਾਡੀਆਂ ਗੱਲਾਂ ਦੇ ਨਾਲ, ਕਿਉਂਕਿ ਜਿਸ ਤਰੀਕੇ ਦੇ ਨਾਲ ਪਿਕਚਰ ਦਿਸਦੀ ਆ, ਜਿੱਦਾਂ ਮੈਂ ਤੁਹਾਡਾ ਪਹਿਲਾਂ ਵੀ ਗੱਲਾਂ ਕੀਤੀਆਂ ਥੋੜੀ ਜਿਹੀਆਂ RSS ਦੇ ਉੱਤੇ, ਤੇ ਮੈਂ ਤੁਹਾਨੂੰ ਵੀਰ ਐਵੇਂ ਕਹਿੰਦਾ ਵੀ ਮੈਂ ਪੂਰਾ 100% ਇਹਨਾਂ ਗੱਲਾਂ ਤੇ ਬਲੀਵ ਨਹੀਂ ਕਰਦਾ। ਮੈਂ ਇਸ ਚੀਜ਼ ਦੇ ਉੱਤੇ ਜਿਸ ਤਰੀਕੇ ਨਾਲ ਪਿਕਚਰ ਦਿਖਾਈ ਜਾ ਰਹੀ ਆ, ਇਹ ਹੋ ਸਕਦਾ ਕਿ ਤੁਸੀਂ 60 ਜੋ 70% ਸਹੀ ਹੋਵੋ ਇਸ ਗੱਲ ਦੇ ਵਿੱਚ, ਪਰ RSS ਦੇ ਜਿਹੜੇ ਕੁਝ ਕੰਮ ਆ ਉਹ ਦੇਖ ਕੇ ਜ਼ਰੂਰ ਲੱਗਦਾ ਵੀ RSS ਇੱਕ ਸੰਸਥਾ ਜਿਹੜੀ ਉਹ ਭਾਰਤ ਨੂੰ ਤਰੱਕੀ ਵੱਲ ਲਿਜਾਣ ਲਈ ਨਹੀਂ ਬਣੀ। ਪਰ RSS ਦਾ ਜਿੰਨਾ ਕੁ ਪਸਾਰਾ ਲੋਕੀ ਦੱਸਦੇ ਆਲੇ ਦੁਆਲੇ, ਮੈਨੂੰ ਲੱਗਦਾ ਨਹੀਂ ਵੀ ਇੰਨਾ ਪਸਾਰਾ ਉਹਦਾ ਪੰਜਾਬ 'ਚ ਹੈਗਾ। ਤੁਸੀਂ ਇਹਦੇ ਬਾਰੇ ਕੀ ਕਹਿੰਦੇ ਆ? ਬਾਈ ਅਮਰ, ਤੁਹਾਡੀ ਗੱਲ ਬਿਲਕੁਲ ਬ੍ਰਦਰ ਠੀਕ ਆ। ਜਿਹੜੀ ਗੱਲ ਤੁਸੀਂ ਕਹਿੰਦੇ ਵੀ ਪਸਾਰਾ ਹੈ ਨਹੀਂਗਾ ਜਾਂ ਹੁਣ ਕਿੱਥੇ ਖੜੇ ਆ, ਇਹ ਵੀ ਗੱਲ ਠੀਕ ਆ, ਪਸਾਰਾ ਹੈ ਨਹੀਂਗਾ। ਦੇਖੋ ਪਸਾਰਾ ਇਹ ਕਿਵੇਂ ਕਰਦੇ ਆ? ਜਿਹੜਾ ਪਸਾਰਾ ਇਹਨਾਂ ਨੇ ਮੈਂਬਰਸ਼ਿਪ ਡਰਾਈਵ ਚਲਾਈ, RSS ਦੀ ਤਾਂ ਛੱਡੋ ਯਾਰ, ਉਹਦਾ ਤਾਂ ਪੰਜਾਬ 'ਚ ਨਾਂ ਸੁਣਨ ਨੂੰ ਤਿਆਰ ਨਹੀਂ। BJP ਦੀ ਪਿਛਲੇ ਸਾਲ ਤੁਸੀਂ ਹਿਸਾਬ ਲਾਓ ਅਮਰ, ਪੰਜਾਬ ਦੇ ਵਿੱਚ ਹੁਣ ਤੱਕ ਬਿੱਲ, ਜਿਹੜੇ ਕਿਸਾਨੀ ਬਿੱਲ ਆ, ਇਹ ਉਦੋਂ ਬਾਅਦ ਆਇਆ। ਪਿਛਲੇ ਸਾਲ ਮੈਂਬਰਸ਼ਿਪ ਡਰਾਈਵ ਸੀ BJP ਦੀ, ਇਹਨਾਂ ਤੋਂ ਅੰਕੜੇ ਜਾਰੀ ਨਹੀਂ ਹੋਏ, ਫੇਕ ਅੰਕੜੇ 2-3 ਲੱਖ ਇਹਨਾਂ ਨੇ ਫੇਕ ਅੰਕੜਾ ਬਣਾ ਕੇ ਉਹ ਫੜੇ ਗਏ ਮੌਕੇ ਦੀ ਮੌਕੇ, ਖਬਰ ਲੱਗੀ ਸੀ ਸਾਰੀਆਂ ਅਖਬਾਰਾਂ 'ਚ। ਅੱਛਾ ਬਈ ਇਹਨਾਂ ਨੇ ਖਣੀ 3 ਲੱਖ ਖਣੀ 4 ਲੱਖ ਦਿਖਾਈ, ਤੇ ਉਹਦੇ ਤੋਂ 4 ਲੱਖ ਚੋਂ 3 ਲੱਖ ਫੇਕ। ਉਹ ਅੱਛਾ, ਬਿਲਕੁਲ ਗਰਾਊਂਡ ਤੇ ਹੈ ਨਹੀਂ। ਤੁਸੀਂ ਹੈਰਾਨ ਹੋ ਜਾਓਗੇ, ਇੱਕ ਮੈਨੇਜਮੈਂਟ ਦੀ, ਕਾਲਜ ਦੀ ਮੈਨੇਜਮੈਂਟ ਦੀ ਚੋਣ ਹੁੰਦੀ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਉਹ ਚੋਣ ਲੜਨ ਵਾਲਾ ਬੰਦਾ ਆਮ ਆਦਮੀ ਪਾਰਟੀ ਦਾ, ਤੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ, BJP ਦਾ ਬੰਦਾ ਬੇਸਿਕਲੀ, ਉਹ RSS ਦਾ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੋਈ ਹੈ। ਮੈਨੇਜਮੈਂਟ ਦਾ ਪ੍ਰਧਾਨ ਬਣਦਾ ਜਾਂ ਮੈਂਬਰ ਬਣਦਾ ਉਹ, ਤੇ ਕਾਂਗਰਸ ਦੀ ਸਪੋਰਟ ਨਾਲ ਬਣਦਾ। ਮੌਜੂਦਾ ਮੈਂਬਰਸ਼ਿਪ ਉਹਦੇ ਕੋਲੇ ਆਪ ਦੀ ਆ, ਕਾਂਗਰਸ ਦੀ ਸਪੋਰਟ ਨਾਲ ਉਹਦਾ ਬਹੁਤ ਵੱਡੀ ਚੋਣ ਆ ਉਹ ਕਾਲਜ ਦੀ। ਉਹਦੇ ਮੈਂ ਚਲੋ ਨਾਂ ਉਹਦਾ ਕੀ ਲੈਣਾ, ਤੇ ਫਿਰ ਕਲੀਅਰ ਹੋ ਜਾਊਗਾ। ਬੰਦਾ ਬੇਸਿਕਲੀ ਕੀ ਆ, ਉਹ ਸੰਘ ਦਾ ਬੰਦਾ ਵਾ, RSS ਦਾ ਬੰਦਾ, RSS ਦਾ ਬੰਦਾ ਸਾਡੀ ਪਾਰਟੀ 'ਚ ਬੈਠਾ, ਚੋਣ ਉਹ ਲੜਦਾ ਕਾਂਗਰਸ ਦੀ ਸਹਾਇਤਾ ਨਾਲ, ਪ੍ਰਧਾਨ ਉਸ ਕਾਲਜ ਦੀ ਸਹਾਇਤਾ ਨਾਲ ਬਣਦਾ।
ਜਾਂ ਗਵਰਨਿੰਗ ਕੌਂਸਲ ਦਾ ਮੈਂਬਰ ਬਣਦਾ। ਤੁਸੀਂ ਬਾਈ ਜੀ ਇਹਨਾਂ ਦਾ ਕਨਸੈਪਟ ਇੱਕ ਬੜਾ ਮਤਲਬ ਏਡੀ ਗੱਲ ਨਹੀਂ ਕਿ ਲੋਕ ਸਮਝਣਗੇ ਨਹੀਂ ਜਾਂ ਸਮਝਦੇ ਨਹੀਂ ਜਾਂ ਸਾਡੀ ਪਾਰਟੀ ਆ ਮੈਂ ਆਪਾਂ ਬੋਲਦੇ ਹੁਣ ਮੈਨੂੰ ਕੋਈ ਥੋੜੋ ਕੋਈ ਕਾਸ਼ਬਾਣੀ ਬਾਈ ਜੀ ਹੋ ਗਈ ਤੇ ਮੈਨੂੰ ਆ ਸਾਰੀਆਂ ਚੀਜ਼ਾਂ ਪਤਾ ਲੱਗ ਗਈਆਂ। ਸਾਡੀ ਪਾਰਟੀ ਨੇ ਬਕਾਇਦਾ ਤੌਰ ਤੇ ਇੱਕ ਵਿੰਗ ਬਣਾਇਆ ਸੀ 17 ਦੀ ਚੋਣ ਹਾਰਨ ਤੋਂ ਬਾਅਦ ਆਰਐਸਐਸ ਦੇ ਉੱਤੇ ਹਾਰ ਦੇ ਕਾਰਨ ਉੱਤੇ ਜਿਹਦੇ ਤੇ ਮੈਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ। ਅੱਛਾ ਹਾਂ ਉਦੋਂ ਮੇਰੇ ਚੇਤੇ ਨਹੀਂ ਸੀ ਕੋਈ ਪਾਰਟੀ ਜਾਂ ਮੈਨੂੰ ਅਪਰੋਚ ਕਰੂਗੀ। ਮੈਂ ਕੁਝ ਮੇਲਾਂ ਕੀਤੀਆਂ ਸੀ 16 ਦੇ ਵਿੱਚ 17 ਤੋਂ ਚੋਣ ਤੋਂ ਪਹਿਲਾਂ ਮਹੀਨਾ 2 ਮਹੀਨੇ 16 ਦੇ ਵਿੱਚ ਕਾਫੀ ਦੇਰ ਪਹਿਲਾਂ ਕਿ ਆਹ ਚੀਜ਼ਾਂ ਹੋਣ ਜਾ ਰਹੀਆਂ ਨੇ ਜੀ, ਆਹ ਚੀਜ਼ਾਂ ਵਾਪਰਦੀਆਂ ਨੇ ਤੇ ਇਸ ਤਰ੍ਹਾਂ ਆਹ ਚੀਜ਼ਾਂ ਘਟ ਸਕਦੀਆਂ ਆਉਣ ਵਾਲੇ ਸਮੇਂ। ਉਹ ਹੋ ਗਈਆਂ ਤਕਰੀਬਨ ਸਾਰੀਆਂ। ਜਿਵੇਂ ਖਹਿਰੇ ਸਾਹਿਬ ਦੇ ਭੱਜਣ ਬਾਰੇ ਵੀ ਲਿਖਿਆ ਸੀ, ਐਲਓਪੀ ਤੋਂ ਬਾਅਦ ਵੀ ਲਿਖਿਆ ਵੀ ਨਾ ਬਣਾਓ, ਕਿਸੇ ਨੂੰ ਬਣਾ ਦਿਓ, ਇਹਨੂੰ ਐਲਓਪੀ ਨਾ ਬਣਾਇਓ ਬਈ ਇਹ ਸ਼ੁਰਾ ਮਾਰੂਗਾ, ਪਹਿਲਾਂ ਗਲਤੀ ਕਰ ਲਈ ਟਿਕਟ ਦੇ ਕੇ ਐਮਐਲਏ ਬਣਾ ਕੇ ਤੁਹਾਨੂੰ ਬਹੁਤ ਖਰਾਬ ਕਰੂਗਾ। ਉਹ ਕਾਫੀ ਚੀਜ਼ਾਂ ਵਾਪਰੀਆਂ। ਉਸ ਤੋਂ ਬਾਅਦ ਉਹਨਾਂ ਨੇ ਮਤਲਬ ਅਪਰੋਚ ਕਰ ਲਈ। ਅਸੀਂ ਮੈਨੂੰ ਉਹਨਾਂ ਦੀ ਟੀਮ ਨਾਲ ਕੰਮ ਕਰਕੇ ਇਹਨੂੰ ਸਮਝਣ ਦੀ ਮਤਲਬ ਸਮਝ ਮੇਰੇ ਪਈ। ਭਾਜੀ ਮੈਂ ਤੁਹਾਨੂੰ ਕੁਐਸਚਨ ਕਰਦਾ, ਮੈਂ ਨਾ ਇਹ ਕੁਐਸਚਨ ਮੇਰੇ ਦਿਮਾਗ 'ਚ ਆਉਂਦਾ ਜਦੋਂ ਤੁਸੀਂ ਗੱਲ ਕਰਦੇ ਆ ਇਹ ਆਰਐਸਐਸ। ਤੁਸੀਂ ਤਾਂ ਹੁਣ ਜਿੱਦਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਕਾਫੀ ਤੁਸੀਂ ਮੈਨੂੰ ਲੱਗਦਾ ਵੀ ਇਹ ਸੰਸਥਾ ਬਾਰੇ ਜਾਣ ਚੁੱਕੇ ਆ। ਇਹ ਕਿਸ ਤਰੀਕੇ ਦੇ ਨਾਲ ਪਾਰਟੀਆਂ ਦੇ ਵਿੱਚ ਆਪਣੇ ਬੰਦੇ ਬਾੜਦੀ ਆ ਜਾਂ ਕਿਸ ਤਰੀਕੇ ਦੇ ਨਾਲ ਬੰਦੇ ਯੂਜ਼ ਕਰਦੀ ਆ? ਇਹਨਾਂ ਦੀ ਕੋਈ ਥਿਊਰੀ ਆ ਜਾਂ ਇਹਨਾਂ ਦਾ ਕੋਈ ਤਰੀਕਾ ਆ ਕੋਈ ਇਸ ਕੰਮ ਕਰਨ ਦਾ? ਕੋਈ ਹੈ ਇਹੋ ਜਿਹੀ ਗੱਲ ਇਹਨਾਂ ਦੇ ਪਿੱਛੇ? ਹੈਗੀ ਹੈ। ਮੇਰੀ ਨਾ ਇੱਕ ਆਪਣੀ ਪਾਰਟੀ ਦਾ ਮੈਂ ਇੱਥੋਂ ਹੀ ਗੱਲ ਸ਼ੁਰੂ ਕਰਦਾ, ਮੈਂ ਗਾਹਾਂ ਤੁਹਾਨੂੰ ਫਿਰ ਵਿਸਤਾਰ ਤੇ ਦੱਸਦਾ। ਇੱਕ ਆਪਣੀ ਪਾਰਟੀ ਦੇ ਸਤਿਕਾਰਯੋਗ ਸਾਬਕਾ ਪ੍ਰਧਾਨ ਨੇ, ਆਪਦੇ ਬਹੁਤ ਵਧੀਆ ਬੰਦੇ ਆ, ਇਨਸਾਨ ਆ, ਗੁਰਸਿੱਖ ਬੰਦੇ ਆ। ਉਹਨਾਂ ਨੇ ਗੱਲ ਸੁਣਾਈ ਇੱਕ ਬੰਦੇ ਦੀ ਪਾਰਟੀ ਜੁਆਇਨ ਕਰਨ ਲੱਗ, ਉਹ ਕਰਾ ਰਹੇ ਨੇ, ਬੜਾ ਨੇਕ ਬੰਦਾ ਉਹ ਵੀ ਜਿਹਦੀ ਜੁਆਇਨ ਕਰਾ ਰਹੇ ਆ। ਕਹਿੰਦਾ ਉਹਨੂੰ ਪੁੱਛਦੇ ਆ ਸੰਘ ਵਾਲੇ ਵੀ ਤੂੰ ਕਿੰਨੇ ਦੀ ਜੌਬ ਛੱਡੀ ਆ? ਉਹ ਕਹਿੰਦਾ ਮੈਂ 1.5 ਲੱਖ ਮਹੀਨੇ ਦੀ ਛੱਡੀ ਆ। 5 ਸਾਲਾਂ 'ਚ ਕਿੰਨੇ ਬਣ ਗਏ? ਉਹਨਾਂ ਨੇ ਪੁੱਛਿਆ ਕਿ ਬਾਹਰੋਂ 560 ਤੇ 90 ਕਰੋੜ ਰੁਪਈਆ ਦੇ ਨੀਅਰ ਅਬਾਊਟ ਕਰੋੜ ਰੁਪਈਆ 5 ਸਾਲਾਂ ਦੇ ਵਿੱਚ 90 ਲੱਖ ਉਹਦਾ ਬਣਦਾ। ਕਹਿੰਦਾ ਚੱਕ ਕਰੋੜ ਰੁਪਈਆ, 1.5 ਕਰੋੜ ਹੋਰ ਚੱਕ। ਤੂੰ ਕਿਹੜੀ ਪਾਰਟੀ 'ਚ ਜਾਣਾ, ਕਿਹੜੀ ਪਾਰਟੀ 'ਚ ਨਹੀਂ ਜਾਣਾ ਉਹ ਅਸੀਂ ਤੈਨੂੰ ਦੱਸਾਂਗੇ। ਜੇ ਤੂੰ ਆਪ 'ਚ ਭੇਜਣ ਜਾਣਾ ਚਾਹੁੰਦਾ ਉਹ ਅਸੀਂ ਤੈਨੂੰ ਦੱਸਾਂਗੇ, ਫਿਰ ਤੈਨੂੰ ਆਪ 'ਚ ਹੀ ਭੇਜ ਦਾਂਗੇ। ਤੂੰ ਆ 2 ਕਰੋੜ ਚੱਕ, ਪਹਿਲਾਂ ਕਰੋੜ ਜਿਹੜਾ ਤੂੰ ਨੌਕਰੀ ਤੋਂ ਅਸਤੀਫਾ ਦੇ ਕੇ ਨੁਕਸਾਨ ਖਾਦਾ ਉਹ ਚੱਕ 5 ਸਾਲਾਂ ਦਾ, ਕਰੋੜ ਆ ਚੱਕ। ਹੁਣ ਗੱਲ ਕੀ ਹੈ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ? ਉਹ ਸਵਾਲ ਇਹ ਹੋਣਾ ਚਾਹੀਦਾ ਸੀ ਤੁਹਾਡਾ ਨਾਲ ਕਿ ਕਰਦੇ ਕੀ ਹੈ ਇਹਨਾਂ ਦਾ ਮਤਲਬ, ਦੂਜੀ ਪਾਰਟੀ ਦੀ ਭੇਜ ਕੇ ਇਹਨਾਂ ਨੂੰ ਮਿਲਦਾ ਕੀ ਹੈ? ਹਾਂ ਬਸ ਸਹੀ ਗੱਲ ਹੈ। ਹਾਂ ਇਹੀ ਹੈ ਮੇਰਾ ਕੁਐਸਚਨ ਤਕਰੀਬਨ। ਹਾਂ ਤੁਹਾਡਾ ਸਵਾਲ ਇਹ ਸੀ। ਇਹ ਬਾਈ ਜੀ ਜਿਵੇਂ ਫਰਜ਼ ਕਰ ਲਓ ਨਰੋਲ ਹੁਣ ਪੰਜਾਬ ਦੇ ਵਿੱਚ ਵੇਵ ਬਣ ਗਈ, ਆਮ ਦੀ ਆਪ ਪਾਰਟੀ ਦੀ ਵੇਵ ਹੈਗੀ ਆ, ਉਹ ਵੀ ਮੰਨੇ ਨਾ ਮੰਨੇ ਇਹ ਵਧਣੀ ਆ। ਇਹ ਇੱਕ ਤਰਫਾ ਮੈਚ ਚੱਲਣਾ, ਜਿਉਂ ਬਾਈ ਆ ਗਈ ਇੱਥੇ ਤੁਸੀਂ ਇੱਥੇ ਮੈਂ ਨਾ ਚੱਲਿਆ ਤੁਸੀਂ ਮੈਨੂੰ ਫਿਰ ਦੱਸਿਓ ਵੀ ਤੂੰ ਝੂਠ ਬੋਲਦਾ। ਇੱਕ ਤਰਫਾ 17 ਤੋਂ ਵੱਡੀ ਇਹਨਾਂ ਨੇ ਕੋਸ਼ਿਸ਼ ਕਰਨੀ ਆ ਕਿ 17 ਵਾਂਗ ਅਸੀਂ ਆਪਦੇ ਬੰਦਿਆਂ ਨੂੰ ਟਿਕਟ ਦਵਾਈਏ। ਪਹਿਲਾਂ ਸਭ ਤੋਂ ਪਹਿਲਾਂ ਟਿਕਟ ਮਿਲ ਜੂ, ਵੇਵ 'ਚ ਜਿੱਤ ਗਏ ਉਹਨਾਂ ਨੂੰ ਪੈਸੇ ਵੀ ਦੇਵਾਂਗੇ ਮੋਟੇ ਤੇ ਉਹਨਾਂ ਨੂੰ ਵਾਪਸ ਬੁਲਾ ਲਾਂਗੇ, ਭੋਗ ਪਾ ਦਾਂਗੇ ਕਿ ਵਜੂਦ ਖਤਮ ਹੋ ਜੇ ਆਮ ਆਦਮੀ ਪਾਰਟੀ ਦਾ ਵੀ ਯਾਰ ਇਹਨਾਂ ਨੂੰ ਤਾਂ ਬੰਦੇ ਨਹੀਂ ਲੱਭਣੇ ਆਉਂਦੇ, ਸਿਆਣੇ ਹੋ ਜਾਣਗੇ ਨਾ ਜੇ ਚੀਜ਼ ਹੁੰਦੀ ਹੈ। ਪਾਰਟੀ ਦਾ ਧਿਆਨ ਸਭ ਤੋਂ ਵੱਡੀ ਇਸ ਗੱਲ ਤੇ ਆ ਕਿ ਸਾਡੇ ਨਾਲ ਬੰਦੇ ਦਗਾ ਕਰ ਗਏ, ਅਸੀਂ ਆਹ ਕੰਮ ਨਹੀਂ ਹੋਣ ਦੇਣਾ, ਪਹਿਲੀ ਗੱਲ। ਦੂਜੀ ਗੱਲ, ਤੁਹਾਡੇ ਸਵਾਲ ਦਾ ਜਵਾਬ, ਅਗਰ ਸਰਕਾਰ ਐਬਸੋਲਿਊਟ ਮੈਜੋਰਟੀ 'ਚ ਆਉਂਦੀ ਹੈ, ਇਹਨਾਂ ਦੇ 2-4 ਬੰਦੇ ਭੱਜਣ ਨਾਲ ਫਰਕ ਨਹੀਂ ਪੈਂਦਾ, ਫਿਰ ਉਹਨੂੰ ਕਹਿੰਦੇ ਤੂੰ ਸਰਕਾਰ 'ਚ ਬਹਿ ਜਾ, ਤੂੰ ਮਿਨਿਸਟਰ ਬਣਨ ਦੀ ਕੋਸ਼ਿਸ਼ ਕਰ ਜਾਂ ਚੀਫ ਮਿਨਿਸਟਰ ਦੇ ਲਵੇ ਲੱਗ। ਉਹਦਾ ਜੁਗਾੜ ਵੀ ਫਿਰ ਇਹ ਕਰਕੇ ਦਿੰਦੇ ਆ। ਉਹ ਜੁਗਾੜ ਕਿਵੇਂ ਕਰਦੇ ਆ ਕਿ ਜੇ ਚੀਫ ਮਿਨਿਸਟਰ ਥੋੜਾ ਜਿਹਾ ਮਤਲਬ ਛੋਟੀ ਸੋਚ ਦਾ ਜਾਂ ਲਾਲਚੀ ਆ ਤਾਂ ਉਹਨੂੰ 10-20 ਕਰੋੜ ਰੁਪਈਆ ਦਵਾ ਕੇ ਉਹਦੇ ਲਵੇ ਲਾ ਦਿੰਦੇ ਨੇ। ਉਹਦਾ ਭਰੋਸੇਯੋਗਤਾ ਉਹਦੀ ਉਹ ਬਣਾ ਲੈਂਦਾ ਤੇ ਕੋਈ ਬਦਲੀ ਕਰਨੀ ਆ ਜਾਂ ਕਹਿ ਲਓ ਵੀ ਅੰਦਰਲੀਆਂ ਖਬਰਾਂ ਮਤਲਬ ਉਹਦੇ ਵਿੱਚ ਰਹਿ ਕੇ ਆਪਦੀ ਆਰਐਸਐਸ ਨੂੰ ਇਹ ਪਾਲਦੇ ਆ, ਸਿੱਧੇ ਲਫ਼ਜ਼ਾਂ ਦੇ ਵਿੱਚ ਪਾਲਦੇ ਆ ਵੀ ਹਾਂ ਤੁਸੀਂ ਆਹ ਕੰਮ ਕਰੋ, ਜਾਂ ਫਿਰ ਕੋਈ ਗੱਲਾਂ ਜਾਂ ਕੋਈ ਰਾਜਕਤਾ ਫੈਲਾਉਣੀ ਮਾਹੌਲ 'ਚ ਵੀ ਸਾਡਾ ਬੰਦਾ ਫੜਿਆ ਗਿਆ ਤਾਂ ਛੁੱਟ ਜੇ, ਉਹਦੀ ਇਨਕੁਆਇਰੀ ਨਾ ਹੋਵੇ। ਗੱਲ ਤੁਸੀਂ ਸਮਝ ਲਓ। ਤੇ ਉਹਨੂੰ ਆਪਦੇ ਬੂਟੇ ਨੂੰ ਹਰਾ ਭਰਾ ਕਰਦੇ ਆ ਬੰਦੇ ਛੱਡ ਕੇ, ਤੇ
ਕੋਈ ਫਿਰਕੂ ਚੀਜ਼ ਆਉਂਦੀ ਆ ਜਾਂ ਆਪਦੇ ਇਹਨਾਂ ਦੇ ਕਾਫੀ ਮਿਸ਼ਨ ਚੱਲਦੇ ਆ, ਬਹੁਤ ਵੱਡਾ ਹੈਗਾ ਸਾਰਾ। ਫੌਜ ਦੇ ਵਿੱਚ ਦਖਲਅੰਦਾਜ਼ੀ ਬਹੁਤ ਆ, ਬਾਰਡਰ ਤੇ ਖਾਸ ਕਰਕੇ, ਕਿਵੇਂ ਉਧਰੋਂ ਡਰੱਗ ਆਉਂਦੀ ਆ, ਕਿਵੇਂ ਜਿਹੜੀ ਉਹ ਕਾਨੂੰਪ੍ਰਿਆ ਕੁੜੀ ਸੀ, ਕੰਨੂਪ੍ਰਿਆ ਕੀ ਸੀ ਉਹਦਾ ਨਾਂ, ਨਹੀਂ ਕੰਨੂਪ੍ਰਿਆ ਨਹੀਂ ਨਾਂ ਉਹਦਾ, ਫੌਜ ਦੇ ਵਿੱਚ ਇੱਕ ਕੁੜੀ ਸੀ ਅਫਸਰ, ਸਟੇਜਾਂ ਤੋਂ ਵੀ ਬੋਲੀ ਆ, ਉਹਨੂੰ ਕਿਵੇਂ ਉੱਥੋਂ ਜਲੀਲ ਕਰਕੇ ਕੱਢਿਆ, ਤੇ ਉਹ ਬਾਰਡਰ ਤੋਂ ਹੀ ਕਿਉਂ ਪੰਜਾਬ ਦੇ ਤੋਂ, ਹੋਰ ਕਿਤੇ ਉਹਨੂੰ ਦਿੱਕਤ ਕਿਉਂ ਨਹੀਂ ਆਈ, ਇਹ ਬਹੁਤ ਵੱਡਾ ਸਵਾਲ ਆ। ਸੋ ਅੱਛਾ ਗਰੇਵਾਲ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਦਾ, ਜਿਹੜਾ ਤੁਸੀਂ ਜੀ ਨਿਊਜ਼ ਦਾ ਜਿਹੜਾ ਪੱਤਰਕਾਰ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਅਸਤੀਫਾ ਸਿੱਟ ਕੇ ਗਿਆ, ਤੁਹਾਨੂੰ ਲੱਗਦਾ ਵੀ ਉਹ ਵੀ ਕੋਈ ਚਾਲ ਆ, ਜਾਂ ਉਹ ਬੰਦਾ ਦੁਖੀ ਹੋ ਕੇ ਜੀ ਨਿਊਜ਼ ਤੋਂ ਗਿਆ? ਬਾਈ ਜੀ ਇੱਕ ਗੱਲ ਤੁਸੀਂ ਬਹੁਤ ਵਧੀਆ ਕਰੀ ਆ, ਮੈਨੂੰ ਬੜੀ ਚੰਗੀ ਲੱਗੀ ਆ ਤੁਹਾਡੀ ਇਹ ਗੱਲ। ਚੱਲਦੀ ਆ, ਲੋਕ ਪੋਸਟਾਂ ਪਾਉਂਦੇ, ਮੈਂ ਵੀ ਸ਼ੇਅਰ ਕਰੀ ਆ ਆਪਣੇ ਪੇਜ ਤੇ। ਅੱਛਾ, ਐਸੀ ਗੱਲ ਨਹੀਂ। ਦੇਖੋ ਬਾਈ ਜੀ, ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਊ ਪੰਜਾਬ ਦੇ ਵਿੱਚ ਇੱਕ ਚੀਜ਼ ਚੱਲੀ ਸੀ, ਸੇਵਕ ਜਿਹੜੇ ਸੇਵਾ ਸੁਭਾ ਜੀ ਕਰਦੇ ਆ, ਉਹ ਮੁੱਦਾ ਸ਼ਾਂਤ ਹੋ ਗਿਆ, ਕਿਸੇ ਨੇ ਨਹੀਂ ਪੁੱਛਿਆ, ਬੜਾ ਚੱਲਿਆ, ਬੰਦੇ ਕੋਈ ਇਨਕੁਆਇਰੀ ਨਹੀਂ ਕਰੀ, ਪੰਜਾਬ 'ਚ ਇਨਕੁਆਇਰੀ ਨਹੀਂ ਹੋਈ, ਵੀ ਏਡੀ ਵੱਡੀ ਗੱਲ ਵਾਪਰ ਗਈ ਜਾਂ ਵੀ ਹਨਾ ਆਪਾਂ ਯਾਰ ਇਨਕੁਆਇਰੀ ਤਾਂ ਕਰੀਏ, ਕਿੰਨੇ ਲੋਕਾਂ ਨਾਲ ਫਰਾਡ ਕਰਕੇ, ਕੋਈ ਇਨਕੁਆਇਰੀ ਨਹੀਂ। ਇਸੇ ਤਰ੍ਹਾਂ ਬਾਈ ਜੀ ਸ਼ਖਸੀਅਤਾਂ ਬਣਾਉਂਦੇ ਆ, ਇਹ ਸ਼ਖਸੀਅਤਾਂ ਬਣਾਉਂਦੇ ਆ। ਮੈਂ ਇੱਕ ਪੰਜਾਬ ਦੀ ਅਖੌਤੀ ਸਿੱਖ ਸ਼ਖਸੀਅਤ ਇੰਟਰਨੈਸ਼ਨਲ, ਜਿਹਦੇ ਬਾਰੇ 2 ਸਾਲ ਤੋਂ ਸਬੂਤ ਵੀ ਦਿੱਤੇ ਆ, ਨਾਂ ਨਹੀਂ ਕਦੇ ਲਿਆ, ਮੈਨੂੰ ਬੜੀ ਖੁਸ਼ੀ ਹੋਈ ਕਿ ਉਹ ਬੰਦਾ ਨੰਗਾ ਹੋ ਗਿਆ, ਬਹੁਤ ਲੋਕਾਂ ਦੀ ਕਚਹਿਰੀ 'ਚ ਚੱਲਦੇ ਕਿਸਾਨੀ ਘੋਲ ਦੇ ਵਿੱਚ ਨੰਗਾ ਹੋ ਗਿਆ ਉਹ ਬੰਦਾ। ਵੈਰੀ ਗੁੱਡ। ਜਿਵੇਂ ਤੁਸੀਂ ਆਹ ਸਵਾਲ ਕਰਿਆ ਮੈਨੂੰ ਪੱਤਰਕਾਰ ਦਾ ਵੀ ਇਹ ਕੀ ਹੈ, ਇਹ ਕਿਉਂ ਐ ਹੋਇਆ, ਪੰਜਾਬ ਦੇ 2 ਪੱਤਰਕਾਰ ਵੱਡੇ ਨਾਮੀ, ਇੱਕ ਨੇ 10 ਕਰੋੜ ਰੁਪਈਆ, ਉਹਦੇ ਸਾਥੀ ਨੇ ਦੱਸਿਆ ਵੀ ਇਹਨੇ 10 ਕਰੋੜ ਰੁਪਈਆ ਬੀਜੇਪੀ ਨੇ ਦਿੱਤਾ ਇਹਨੂੰ, ਆਇਆ ਤੇ ਉਹਨੇ 5-7 ਲੱਖ ਦੇ ਫਲੈਟ ਤੋਂ ਸਿੱਧਾ 80 ਲੱਖ ਦਾ ਫਲੈਟ ਲਿਆ ਸਾਡੇ ਲੁਧਿਆਣੇ ਦਾ। ਇੱਕ ਬੰਦੇ ਦਾ ਚੈਨਲ ਹੀ ਸੰਘ ਨੇ ਚਲਾ ਕੇ ਦਿੱਤਾ। ਦੋਨੋਂ ਪੱਤਰਕਾਰ ਤੇਜ਼ ਤਰਾਰ ਮੰਨੇ ਜਾਂਦੇ ਸੀ। ਇਸੇ ਤਰ੍ਹਾਂ ਇਹ ਸ਼ਖਸੀਅਤ ਬਣਾਉਣ ਵੱਲ ਵੀ ਇੱਕ ਕਦਮ ਪੁੱਟਦੇ ਆ, ਜਿਹੜੇ ਤੁਸੀਂ ਅਸਤੀਫੇ ਦੀ ਗੱਲ ਕਰਦੇ ਹੋ। ਇਹ ਕੋਈ ਜ਼ਰੂਰੀ ਨਹੀਂ, ਇਹ ਵੀ ਹੋ ਸਕਦਾ ਕਿ ਉਹਦੀ ਜ਼ਮੀਰ ਜਾਗ ਗਈ ਹੋਵੇ, ਹੋ ਸਕਦਾ ਪਰ ਪੋਸੀਬਿਲਿਟੀ ਦੂਸਰੀ ਵੀ ਹੈਗੀ ਹੈ, ਕਿਉਂਕਿ ਆਪਾਂ ਨੂੰ ਦੋਨੀ ਪੋਸੀਬਿਲਿਟੀਆਂ ਲੈ ਕੇ ਚੱਲਣੀਆਂ ਚਾਹੀਦੀਆਂ। ਕਿਸਾਨ ਅੰਦੋਲਨ ਸਾਡੇ ਲਈ ਬਹੁਤ ਜ਼ਰੂਰੀ ਆ। ਹਰ ਕੋਈ ਸ਼ਖਸ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ, ਉਹਦੀ ਪੂਰੀ ਤਰ੍ਹਾਂ ਪੜਤਾਲ ਹੋਣੀ ਚਾਹੀਦੀ ਆ ਵੀ ਕਿਉਂ, ਇਹਦੀ ਜ਼ਮੀਰ ਕਿੱਦਾਂ ਜਾਗੀ, ਇਹਦੀ ਜ਼ਮੀਰ ਨੇ ਕਿਤੇ ਪੈਸੇ ਕਰਕੇ ਤਾਂ ਨਹੀਂ ਜਾਗੀ, ਜਾਂ ਇਹਦੀ ਜ਼ਮੀਰ ਸੱਚੀ ਜਾਗ ਚੁੱਕੀ ਆ ਕਿ ਹੁਣ ਇਹ ਕਿਸਾਨੀ ਅੰਦੋਲਨ ਦੇ ਨਾਲ ਖੜਨਾ ਚਾਹੁੰਦਾ ਹੈ। ਜੀ ਭਾਜੀ। ਤੇ ਆਪਾਂ ਭਾਜੀ ਹੁਣ ਇੱਕ ਨਵਾਂ ਹੋਰ ਮੁੱਦਾ ਉੱਠਿਆ ਪ੍ਰਸ਼ਾਂਤ ਕਿਸ਼ੋਰ ਦਾ। ਹਾਂਜੀ। ਤੇ ਇਹ ਬੜਾ ਭਖਦਾ ਮੁੱਦਾ ਆ, ਤੇ ਇਹਦੇ ਵਿੱਚ ਆਪਾਂ ਦੇਖਿਆ ਵੀ ਹੁਣ ਫਿਰ ਕੈਪਟਨ ਨੇ ਇਹ ਪੱਤਾ ਖਿੱਚਣ ਦੀ ਕੋਸ਼ਿਸ਼ ਕੀਤੀ ਆ, ਜਿੱਦਾਂ ਉਹਨੂੰ ਕੈਬਨਿਟ ਦੇ ਵਿੱਚ ਇੱਕ ਅਹੁਦਾ ਦੇ ਦਿੱਤਾ। ਤੇ ਤੁਸੀਂ ਇਹਦੇ ਤੇ ਕੀ ਵਿਊ ਦਿੰਦੇ ਹੈਗੇ ਆਪਣਾ? ਦੇਖੋ ਬ੍ਰਦਰ, ਜਿਹੜਾ ਦੇਖੋ ਪ੍ਰਸ਼ਾਂਤ ਕਿਸ਼ੋਰ, ਇੱਕ ਕਹਾਵਤ ਮੇਰੇ ਸਕਿਪ ਕਰ ਗਈ, ਬੜੀ ਵਧੀਆ ਸੀ, ਉਹ ਹੁਣ ਮੇਰੇ ਮਚਾਉਂਦੀ ਨਹੀਂ। ਹੁਣ ਦੇਖੋ, ਜਿਹੜੇ ਬੰਦੇ ਨੂੰ ਸਭ ਤੋਂ ਵੱਧ ਪੰਜਾਬ ਦੇ ਲੋਕ ਟਰੋਲ ਕਰਦੇ ਰਹੇ, ਗਾਲਾਂ ਕੱਢਦੇ ਰਹੇ ਪ੍ਰਸ਼ਾਂਤ ਕਿਸ਼ੋਰ ਦਾ ਨਾਮ ਲੈ ਲੈ ਕੇ, ਉਹੀ ਬੰਦਾ ਕੈਪਟਨ ਸਾਹਿਬ ਫੇਰ ਲਿਆ ਹੈ। ਕੀ ਗੱਲ, ਪੰਜਾਬ ਦੀ ਜਨਤਾ ਐਡੀ ਵੱਡੀ ਮੂਰਖ ਆ ਕਿ ਉਹ ਬੰਦੇ ਨੂੰ ਚੜਾਉਣ ਲਈ ਉਹ ਸਾਹਮਣੇ ਲਿਆਂਦਾ ਵੀ ਕੋਈ ਗੱਲ ਨਹੀਂ। ਇਹਦਾ ਮਤਲਬ ਜਿਹੜੀ ਸਾਡੀ ਗਿਣਤੀ ਆ ਪੰਜਾਬੀਆਂ ਦੀ, ਉਹ ਮੂਰਖਾਂ ਚ ਆਉਂਦੀ ਹੈ। ਪਹਿਲਾਂ ਉਹ ਮੂਰਖ ਬਣਾ ਗਿਆ, ਹੁਣ ਉਹ ਕਹਿੰਦਾ ਕੋਈ ਨਹੀਂ, ਇਹ ਤਾਂ ਮੂਰਖ ਨੇ, ਮੈਂ ਦੁਬਾਰਾ ਇੱਕ ਨਵੇਂ ਮਤਲਬ ਤਰੀਕੇ ਦੇ ਨਾਲ ਇਹਨਾਂ ਨੂੰ, ਮੋਡਰੇਟ ਤਰੀਕੇ ਦੇ ਨਾਲ ਫਿਰ ਇਹਨਾਂ ਨੂੰ ਮੈਂ ਮੂਰਖ ਬਣਾਉਂਗਾ। ਤੁਸੀਂ ਫਿਕਰ ਨਾ ਕਰੋ ਕੈਪਟਨ ਸਾਹਿਬ, ਕੰਮ ਨਹੀਂ ਕੋਈ ਕਰਨਾ, ਮੈਂ ਤੁਹਾਨੂੰ ਹੋਰ ਵਧੀਆ ਤੁਹਾਨੂੰ ਵਾਅਦੇ ਬਣਾ ਕੇ ਦਿੰਨਾ, ਤੁਸੀਂ ਉਹਦੇ ਤੇ ਉਹ ਕਰਿਓ ਜੀ। ਸੋ ਮੇਰੇ ਕਹਿਣ ਦਾ ਮਤਲਬ, ਜ਼ਿਆਦਾ ਜਿਹੜੀ ਸਾਡੇ ਵਰਕਰਾਂ ਦੇ, ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਜਿਹੜੇ, ਉਹਨਾਂ 'ਚ ਥੋੜੀ ਜਿਹੀ ਘਬਰਾਹਟ ਪਾਈ ਗਈ ਹੈ ਵੀ ਯਾਰ ਇਹ ਕੀ ਗੱਲ ਬਣ ਗਈ, ਇਹਨੇ ਸਾਡੇ ਨਾਲ ਆਉਣਾ ਸੀ। ਪਹਿਲੀ ਗੱਲ ਬਾਈ ਜੀ, ਤੁਸੀਂ ਇਹ ਗੱਲ ਸਮਝ ਲਓ, ਦਿੱਲੀ ਦੇ ਵਿੱਚ ਉਹਨੇ ਸੇਵਾਵਾਂ ਦਿੱਤੀਆਂ ਪਾਰਟੀ ਨੂੰ, ਦਿੱਲੀ ਦੇ ਵਿੱਚ ਸੇਵਾਵਾਂ ਦਿੱਤੀਆਂ, ਉਹ ਕੀ ਕਾਰਨ ਸੀ ਉਹਦੀ? ਪਹਿਲਾਂ ਤਾਂ ਫ੍ਰੀ ਆਫ ਕਾਸਟ, ਬਿਨਾਂ ਕਿਸੇ ਸ਼ਰਤ ਦੇ, ਬਿਲਕੁਲ ਬਿਨਾਂ ਕੋਈ ਚਾਰਜ ਲਏ। ਉਹਦਾ ਬਿਆਨ ਸੀ ਕਿ ਮੈਨੂੰ ਆਮ ਆਦਮੀ ਪਾਰਟੀ ਨਾਲ ਰਹਿ ਕੇ ਬਹੁਤ ਸਿੱਖਣ ਦਾ ਮੌਕਾ ਮਿਲਿਆ, ਇਹਨਾਂ ਦੀ ਟੀਮ ਨਾਲ ਕੰਮ। ਉਹਦਾ ਬਿਆਨ ਸੀ, ਜਦ ਕਿ ਉਹ ਐਕਸਪਰਟ ਮੰਨਿਆ ਜਾਂਦਾ। ਉਹਨੇ ਖੁਦ ਕਿਹਾ ਸੀ ਕਿ ਮੈਨੂੰ ਇਹਨਾਂ ਨਾਲ ਕੰਮ ਕਰਕੇ ਮੈਨੂੰ ਸਿੱਖਣ ਦਾ ਮੌਕਾ ਮਿਲੂਗਾ। ਫਿਰ ਉਹਨੇ ਕਿਹਾ ਮੈਨੂੰ ਮਿਲਿਆ ਚੋਣਾਂ ਤੋਂ ਬਾਅਦ, ਮੈਨੂੰ ਬਹੁਤ ਸਾਡੇ 'ਚ ਸੀਗੀਆਂ ਸੁਧਾਰ ਕਰਨ ਵਾਲੀਆਂ, ਮੈਂ ਸੁਧਾਰ ਕੀਤਾ ਉਹਦੇ 'ਚ। ਤੇ ਦੂਜੀ ਵੱਡੀ ਗੱਲ, ਹੁਣ ਉੱਥੇ ਇਹਦਾ ਰੋਲ ਕੀ ਸੀ ਬਾਈ ਜੀ? ਬੰਦੇ ਕੋਲੇ ਉਹ ਨੀਤੀਕਾਰ ਆ, ਰਣਨੀਤੀਕਾਰ ਆ ਜੀ। ਝੂਠ ਨੂੰ ਸੱਚ ਬਣਾਉਣਾ ਬਹੁਤ ਔਖਾ ਵਾ, ਝੂਠ ਨੂੰ ਸੱਚ ਬਣਾਉਣਾ ਬਹੁਤ ਔਖਾ। ਇੱਕ ਵਾਰੀ ਹੋ ਸਕਦੀ ਹੈ ਇਹ ਚੀਜ਼,
ਜਿੱਥੇ ਸੱਚ ਆ, ਸੱਚ ਨੂੰ ਪ੍ਰਮੋਟ ਕਰਨਾ ਐਸੇ ਬੰਦੇ ਲਈ ਉਹ ਬਹੁਤ ਸੌਖਾ ਹੁੰਦਾ। ਇਹਦੀ ਜਿਹੜੀ ਨਿੱਜੀ ਰੈਪੂਟੇਸ਼ਨ ਆ ਉਹਦੇ ਤੇ ਵੀ ਅਸਰ ਪਿਆ ਦਿੱਲੀ ਕੰਮ ਕਰਨ ਤੋਂ ਬਾਅਦ। ਤੇ ਬਿਲਕੁਲ ਮੈਨੂੰ ਜਿੰਨਾ ਖੁਦ ਨੂੰ ਮੈਨੂੰ ਸਮਝ ਆ, ਮੈਨੂੰ ਅਧਿਕਾਰੀ ਤੌਰ ਤੇ ਕਿਸੇ ਨੇ ਦੱਸਿਆ ਨਹੀਂ, ਮੈਂ ਐਵੇਂ ਕਹਿਦਾ, ਮੇਰੀ ਝੂਠੀ ਵੀ ਹੋ ਸਕਦੀ ਹੈ ਗੱਲ, ਮੈਨੂੰ ਜਿੰਨੀ ਸਮਝ ਆ ਕਿ ਇਹ ਬੰਦੇ ਨੇ ਉੱਥੇ ਬਹੁਤ ਵੱਡਾ ਕੰਮ ਕਰਿਆ ਸੀ ਆਮ ਆਦਮੀ ਪਾਰਟੀ ਲਈ, ਬਹੁਤ ਵੱਡਾ। ਜਿਹੜੇ ਸਾਡੇ ਕੰਮ ਕਰਿਆ ਉਹ ਕਿਵੇਂ ਜਨਤਾ 'ਚ ਲੈ ਕੇ ਜਾਣੇ ਆ, ਤੇ ਪਾਰਟੀ ਡੀਫੇਮ ਕਿੱਥੋਂ ਹੁੰਦੀ ਸੀ, ਕਿੱਥੇ ਜਾ ਕੇ ਵਾਕਈ ਇਹਨੇ ਮਤਲਬ ਕਹਿ ਲਓ ਕਿ ਸੰਜੀਵਨੀ ਬੂਟੀ ਲੈ ਕੇ ਆਇਆ। ਮੈਂ ਤੁਹਾਨੂੰ ਇੰਡਾਇਰੈਕਟਲੀ ਦੱਸ ਦਵਾਂ, ਇਹ ਸੰਜੀਵਨੀ ਬੂਟੀ ਦਾ ਕੰਮ ਕਰ ਗਿਆ ਸੀ। ਅੱਛਾ, ਹਾਂ, ਦਿੱਲੀ ਦੇ ਵਿੱਚ ਸਾਨੂੰ ਜਿੱਥੋਂ ਅਸੀਂ ਸ਼ਾਇਦ, ਇਹ ਮੇਰੀ ਅਸੈਸਮੈਂਟ ਆ ਕਿ ਜਿੱਥੇ ਸ਼ਾਇਦ ਸਾਡੇ ਬਹੁਤ ਕੋਈ ਛੋਟੀ ਜਿਹੀ ਕਮੀ ਸੀਗੀ ਤੇ ਉਹ ਤਲਖੀ 'ਚ ਆਉਂਦਾ, ਜਾਂ ਕੋਈ ਚੀਜ਼ ਇੱਕ ਅੱਧੀ ਸਿੱਖ ਲੈਣੀ ਚਾਹੀਦੀ ਹੈ। ਬੰਦਾ ਤਾਂ 100% ਹੀ ਮੈਂ ਤਾਂ ਉਹਨੂੰ ਮੰਨਦਾ ਵੀ ਬਹੁਤ ਕਾਬਲ ਆ ਅਰਵਿੰਦ, ਪਰ ਕਿਤੇ ਨਾ ਕਿਤੇ ਉਹ ਗਰਮ ਹੀ ਖਾਂਦਾ ਸੀ, ਸੱਚਾ ਬੰਦਾ ਜਿਵੇਂ ਖਾਂਦਾ ਹੁੰਦਾ ਨਾ। ਫਿਰ ਉਹਨੇ ਇੱਕ ਦੋ ਗੱਲਾਂ ਇਹਦੀਆਂ ਮੈਨੂੰ ਜਿਹੜੀਆਂ ਮੈਂ ਸਮਝੀਆਂ ਕਿ ਇਹਨੂੰ ਉਹ ਹੋਈਆਂ ਇਹਨਾਂ ਦੀ, ਉਹ ਕਾਮਯਾਬ ਰਹੀਆਂ। ਸੋ ਪੰਜਾਬ ਦੇ ਵਿੱਚ ਅਗਰ ਜਿਵੇਂ ਕਹਿੰਦੇ ਵੀ ਸਾਡੇ ਨਾਲ ਆਊਗਾ, ਸਾਡੇ ਬਾਈ ਜੀ ਸਾਡੀ ਤਾਂ ਪਾਰਟੀ ਤਾਂ ਤੁਸੀਂ ਦੇਖੋ ਨਾ ਬਾਈ, ਸਾਡੀ ਪਾਰਟੀ ਜੋ ਕਹਿੰਦੀ ਆ ਉਹ ਜੋ ਕਹਿੰਦੀ ਉਹ ਕਰਦੀ ਆ, ਜੋ ਲਿਖਦੀ ਆ। ਮੈਂ ਗਰੇਵਾਲ ਸਾਹਿਬ ਇੱਕ ਆਪਣੀ ਗੱਲ ਕਰਨਾ ਚਾਹੁੰਦਾ ਇਹਦੇ ਵਿੱਚ, ਮੈਨੂੰ ਇਦਾਂ ਵੀ ਲੱਗਦਾ ਆ ਵੀ ਕੈਪਟਨ ਹੋਣਾ ਨੂੰ ਇਹ ਵੀ ਖਤਰਾ ਆ ਵੀ ਜੇ ਪ੍ਰਸ਼ਾਂਤ ਕਿਸ਼ੋਰ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਕੰਮ ਕਰ ਗਿਆ ਤਾਂ ਹੋ ਸਕਦਾ ਵੀ ਇਹ ਸਾਡਾ ਸਫਾਇਆ ਹੋਰ ਕਰ ਜਾਣ। ਹੋ ਸਕਦਾ ਉਹਦਾ ਦਿਮਾਗ 'ਚ ਹੋਵੇ ਵੀ ਇਹਨੂੰ ਕੋਈ ਕੈਬਨਿਟ ਦਾ ਦੇ ਕੇ ਲਾਲਚ ਤਾਂ ਇਹਨੂੰ ਤੋੜਿਆ ਜਾਵੇ ਉਧਰਲੇ ਪਾਸਿਓਂ। ਇਹ ਵੀ ਗੱਲ ਥੋੜੀ ਜਿਹੀ ਹੋ ਸਕਦੀ ਆ, ਕਿਉਂਕਿ ਇਦਾਂ ਦੀਆਂ ਜਿਹੜੀਆਂ ਜਿੱਦਾਂ ਹੁਣ ਪਿਛਲੀ ਵਾਰੀ ਮਨਪ੍ਰੀਤ ਆਪਣੇ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਲਾਲਚ ਦਿੱਤਾ ਕਾਂਗਰਸ ਨੇ ਵੀ ਤੈਨੂੰ ਆਹ ਬਣਾ ਦੇਾਂਗੇ, ਬਾਅਦ 'ਚ ਦਿੱਤੀਆਂ ਨਹੀਂ ਤਾਂ ਨਹੀਂ ਦਿੱਤੀਆਂ, ਵੱਖਰੀ ਗੱਲ ਆ। ਸੋ ਇਦਾਂ ਦਾ ਮੈਨੂੰ ਲੱਗਦਾ ਵੀ ਇਹ ਵੀ ਹੋ ਸਕਦਾ, ਇਹ ਵੀ ਕਾਰਨ ਇੱਕ ਹੋ ਸਕਦਾ ਹੈਗਾ। ਤੁਹਾਡਾ ਕੀ ਰਾਏ ਹੈ? ਬਿਲਕੁਲ ਬ੍ਰਦਰ, ਦੇਖੋ ਤੁਸੀਂ ਉਹ ਤਾਂ ਡਰਦੇ ਆ ਨਾ, ਉਹਨਾਂ ਨੂੰ ਤਾਂ ਇਹ ਆ ਨਾ ਵੀ ਸਾਡੀ ਸਰਕਾਰ ਹੀ ਇਹਦੇ ਕਰਕੇ ਬਣੀ ਹੈ, ਜਿਹੜੇ ਫਾਰਮ ਭਰੇ ਸੀ ਹਨਾ, ਵੀ ਜੇ ਆਪ ਨਾਲ ਚਲਿਆ ਗਿਆ ਵੀ ਤਾਂ ਸਾਡਾ ਸਫਾਇਆ ਕਰ ਦੇਣਗੇ। ਹੁਣ ਤਾਂ ਸ਼ਾਇਦ ਵੀ ਇਹ ਸੋਚ ਕੇ ਵੀ ਦੁਬਾਰਾ ਕੋਈ ਮੂਰਖ ਬਣਾਉਣ ਦਾ ਕੋਈ ਨਵਾਂ ਤਰੀਕਾ ਲੈ ਕੇ ਆਇਆ ਪੰਜਾਬ ਦੀ ਜਨਤਾ, ਵੀ ਬਣਾ ਕੇ ਦੇਖ ਲਓ ਯਾਰ, ਅੱਗੇ ਤਾਂ ਚੱਲ ਹੀ ਗਿਆ, ਅੱਗੇ ਵੀ ਤਾਂ ਐਡੀ ਵੇਵ ਸੀ ਆਪ ਦੀ, ਉਦੋਂ ਤਾਂ ਅਸੀਂ ਗਿਣਤੀ 'ਚ ਨਹੀਂ ਆਉਂਦੇ ਸੀ, ਸਰਕਾਰ ਬਣਾ ਗਿਆ। ਇੱਕ ਵਾਰੀ ਦੇਖ ਲਓ ਟਰਾਈ ਮਾਰਨ 'ਚ ਕੀ ਹਰਜ ਆ ਜੇ ਆਪਾਂ ਸਾਲ ਲਈ ਇਹਨੂੰ ਦੇ ਦੇਣੇ ਆ। ਸੋ ਪਰ ਅਮਰ, ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ, ਸਾਡੀ ਆਮ ਆ ਜਿਹੜੀ ਵਲੰਟੀਅਰਾਂ ਨੂੰ ਸ਼ਾਇਦ ਨਹੀਂ ਬਹੁਤਿਆਂ ਨੂੰ ਪਤਾ, ਨਾ ਉਹ ਸਮਝ, ਕਈਆਂ ਨੂੰ ਪਤਾ ਤਾਂ ਹਨਾ, ਉਹਨਾਂ ਦੇ ਇਹ ਰੌਲਾ ਚੱਲਦਾ ਰਹਿੰਦਾ ਯਾਰ ਉਹ ਬਾਈ ਕੰਮ ਨਹੀਂ ਕਰਦਾ, ਉਹਨੂੰ ਜ਼ਿੰਮੇਵਾਰੀ ਦਿੱਤੀ ਆ। ਮੈਂ ਅੱਗੇ ਵੀ ਤੁਹਾਡੇ ਨਾਲ ਦਾਅਵਾ ਤੇ ਵਾਅਦਾ ਕੀਤਾ ਸੀ ਜ਼ਿੰਮੇਵਾਰ ਵਲੰਟੀਅਰ ਹੋਣ ਦੇ, ਹੁਣ ਵੀ ਕਰਦਾ। ਕਿਸੇ ਵੀ ਸੰਘੀ ਨੂੰ ਟਿਕਟ ਨਹੀਂ ਮਿਲੂਗੀ, ਉਹਦਾ ਸਰਵੇ 'ਚ ਨਾਂ ਹੀ ਨਹੀਂ ਹੋਣਾ, ਕਿਸੇ ਸੰਘ ਵਾਲੇ ਬੰਦੇ ਦਾ ਸਰਵੇ 'ਚ ਨਾਂ ਨਹੀਂ ਹੋਣਾ। ਪਹਿਲੀ ਗੱਲ ਤਾਂ ਇਹ ਆ, ਉਹਨਾਂ ਨੂੰ ਮੇਕ ਸ਼ੋਰ ਕੀਤਾ ਉਹਨਾਂ ਨੇ ਕਿ ਕਿਹੜਾ ਸੰਘੀ ਆ, ਇਹਨੇ ਜਿੱਤ ਕੇ ਸੌਦਾ ਕਰਕੇ ਭੱਜਣਾ ਪਾਰਟੀ ਦਾ, ਉਹਨੂੰ ਟਿਕਟ ਨਹੀਂ ਮਿਲਣੀ, ਪਹਿਲੀ ਗੱਲ। ਦੂਜੀ ਗੱਲ, ਜੋ ਇਹ ਕਰਦੇ ਆ ਕਰਨ ਦੋ, ਕੋਈ ਚੱਕਰ ਨਹੀਂ। ਉਹਨਾਂ ਨੇ ਬਾਈ ਜੀ ਚੋਣਾਂ 'ਚ ਟਿਕਟਾਂ ਉਹਨਾਂ ਲੋਕਾਂ ਨੂੰ ਦੇਣੀਆਂ ਜਿਹੜੇ ਵਾਕਈ ਪੰਜਾਬ ਦੇ ਫਿਕਰਮੰਦ ਨੇ, ਵੈਲ ਵਿਸ਼ਰ ਆ ਪੰਜਾਬ ਦੀ ਜਨਤਾ ਦੀ। ਬਹੁਤ ਚੰਗੀ ਗੱਲ ਹੈ ਗਰੇਵਾਲ ਸਾਹਿਬ, ਬਹੁਤ ਚੰਗੀ ਗੱਲ ਹੈ ਜੇ ਐਤਕੀ ਆਪਣੀ ਆਮ ਆਦਮੀ ਪਾਰਟੀ ਵਧੀਆ ਬੰਦਿਆਂ ਨੂੰ, ਇੱਕੋ ਹੀ ਪਾਰਟੀ ਆ ਜਿੱਤੇ ਇਸ ਵਕਤ ਲੋਕੀ ਵਿਸ਼ਵਾਸ ਕਰ ਸਕਦੇ ਆ, ਔਰ ਜੇ ਵਧੀਆ ਬੰਦਿਆਂ ਨੂੰ ਟਿਕਟਾਂ ਦੇਣਗੇ ਤਾਂ ਬਹੁਤ ਵਧੀਆ ਗੱਲ ਹੈ ਇਹਦੇ ਵਿੱਚ, ਤੇ ਵਧੀਆ ਬੰਦਿਆਂ ਨੂੰ ਟਿਕਟਾਂ ਮਿਲਣੀਆਂ ਵੀ ਚਾਹੀਦੀਆਂ। ਆਪਾਂ ਥੋੜਾ ਜਿਹਾ ਹੁਣ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਤਾਂ 21 ਮਾਰਚ ਨੂੰ ਬਾਘਾ ਪੁਰਾਣਾ ਦੇ ਵਿੱਚ ਇੱਕ ਰੈਲੀ ਹੋਣ ਜਾ ਰਹੀ ਆ ਬਹੁਤ ਵੱਡੀ, ਉਹਦੇ ਬਾਰੇ ਤੁਸੀਂ ਕੋਈ ਇਨਫੋਰਮੇਸ਼ਨ ਦੇਣਾ ਚਾਹੋ ਸਾਨੂੰ? ਹਾਂਜੀ, ਪਹਿਲੀ ਗੱਲ ਤਾਂ ਅਮਰ ਇਹ ਸਮਝ ਲਓ ਕਿ ਮੇਰਠ ਦੇ ਵਿੱਚ ਵੀ ਹੋਈ ਆ, ਤੇ ਸੂਰਤ ਮੇਰਠ 'ਚ ਹੋਈ ਹੈ, ਗੁਜਰਾਤ 'ਚ ਵੀ ਹੋਈ ਆ, ਮੇਰਠ 'ਚ ਵੀ ਹੋਈ ਆ, ਮੇਰਠ 'ਚ ਵੀ, ਹਾਂ ਗੁਜਰਾਤ 'ਚ ਸੱਚ ਚੋਣਾਂ ਹੋਈਆਂ, ਮੇਰਠ ਤੇ ਹੋਈ ਆ। ਹਾਂਜੀ, ਉਹ 'ਚ ਰੈਲੀ। ਹੁਣ ਇੱਕ ਗੱਲ ਚੀਜ਼ ਸਮਝਣ ਦੀ ਲੋੜ ਹੈ ਕਿ 3 ਮਹੀਨਿਆਂ ਬਾਅਦ, 3 ਮਹੀਨੇ ਹੋ ਗਏ ਦਿੱਲੀ ਬੈਠਿਆਂ ਨੂੰ, 3 ਮਹੀਨਿਆਂ ਬਾਅਦ ਇੱਕਦਮ ਸਰਗਰਮੀ ਫੜਨਾ ਆਮ ਆਦਮੀ ਪਾਰਟੀ ਦਾ, ਉਹ ਵੀ ਅਰਵਿੰਦ ਕੇਜਰੀਵਾਲ ਦਾ। ਜਿਹੜੇ ਜਿੰਨੇ ਵੀ ਸਿਆਸੀ ਸਿਆਣੇ ਲੋਕ ਆ, ਉਹਨਾਂ ਦੇ ਮਤਲਬ ਗਲਿਆਰਿਆਂ 'ਚ, ਸੱਤਾ ਦੇ ਗਲਿਆਰਿਆਂ 'ਚ ਕਹਿੰਦੇ ਆਪਾਂ, ਖਲਬਲੀ ਮਚ ਗਈ ਵੀ 3 ਮਹੀਨੇ ਬਾਅਦ ਹੀ ਕਿਉਂ? ਸਭ ਤੋਂ ਵੱਡਾ ਸਵਾਲ ਇਹ, 3 ਮਹੀਨੇ ਰੁਕਿਆ ਕਿਉਂ ਅਰਵਿੰਦ ਕੇਜਰੀਵਾਲ? ਬਾਈ ਜੀ, ਉਹ ਜਿਹੜਾ ਡੈਡਲਾਕ ਹੁਣ ਚੱਲ ਰਿਹਾ ਵਾ ਕਿਸਾਨਾਂ ਦਾ ਤੇ ਸਰਕਾਰ ਦਾ, 3 ਮਹੀਨੇ ਸਰਕਾਰ ਨੂੰ ਸਮਾਂ ਦਿੱਤਾ, ਕਿਸਾਨਾਂ ਨੇ ਘੋਲ ਲੜਿਆ, ਕਿਸਾਨਾਂ ਨੇ ਦਬਵੀਂ ਆਵਾਜ਼ 'ਚ ਇੱਕ ਵੱਡੇ ਆਗੂ ਨੇ ਇਹ ਗੱਲ ਕਹਿਤੀ ਕਿ ਸਾਨੂੰ ਪਤਾ, ਜੋਗਿੰਦਰ ਸਿੰਘ ਗਰਾਹਾਂ ਕਹਿੰਦਾ ਕਿ ਤੇਰੇ
ਮਤਲਬ ਵੀ ਤੈਨੂੰ ਬਿਲਕੁਲ ਯਾਦ ਨਹੀਂ ਕਿ ਲੱਖਾਂ ਲੋਕ ਸੜਕ ਤੇ ਬੈਠਾ, ਉਹਦਾ ਕਾਰਨ ਸਾਨੂੰ ਪਤਾ ਵੀ EVM ਆ। ਉਹਨਾਂ ਨੇ ਇਹ ਗੱਲ ਸਪਸ਼ਟ ਕਹਿਤੀ। ਅੱਛਾ, ਵੈਰੀ 20 ਗੁੱਡ ਦਿਨ ਵੈਰੀ ਪਹਿਲਾਂ। ਗੁੱਡ, ਜੇ ਕਹੀ ਤਾਂ ਬਹੁਤ ਵਧੀਆ ਗੱਲ ਹੈ ਇਹ। ਹਾਂਜੀ ਹਾਂ, ਉਹਨਾਂ ਨੇ ਸਪਸ਼ਟ ਕਿ ਤੂੰ ਲੋਕਾਂ ਨੂੰ ਮਤਲਬ ਤੇਰੇ ਯਾਦ ਹੀ ਨਹੀਂ ਲੋਕ। ਉਹਦਾ ਕਾਰਨ ਆ ਕਿ ਤੈਨੂੰ EVM ਤੇ ਜ਼ਿਆਦਾ ਵਿਸ਼ਵਾਸ ਆ। ਕੋਈ ਗੱਲ ਨਹੀਂ, ਅਸੀਂ ਤੈਨੂੰ ਦੱਸਾਂਗੇ, ਤੁਸੀਂ ਪੰਜਾਬ 'ਚ ਪ੍ਰਚਾਰ ਕਰਕੇ ਦਿਖਾਇਓ। ਉਹਦੇ ਮਤਲਬ ਉਹ ਸਾਰੀ ਚੀਜ਼ ਨੂੰ ਜਦੋਂ ਇਹ ਚੀਜ਼ਾਂ ਚੱਲਦੀਆਂ, ਜਿਹੜੇ ਸਿਆਸੀ ਲੋਕ ਆ ਦੇਖਦੇ ਆ, ਤਾਂ ਉਹਨਾਂ ਨੇ ਬਾਈ ਜੀ ਹੁਣ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਮਜ਼ਬੂਤ ਕਰਨ ਲਈ, ਇਕੱਲਾ ਪਾਰਟੀ ਨੂੰ ਨਹੀਂ, ਪਾਰਟੀ 'ਚ ਨਹੀਂ, ਜਿਹੜਾ ਕਿਸਾਨ ਅੰਦੋਲਨ ਆ ਉਹਦੇ 'ਚ ਤੇਜ਼ੀ ਲਿਆਉਣ ਲਈ, ਮਜ਼ਬੂਤ ਕਰਨ ਲਈ ਸਾਡੀ ਪਾਰਟੀ ਨੇ ਬੀੜਾ ਚੁੱਕਿਆ, ਫੈਸਲਾ ਲਿਆ ਵਾ। ਬਹੁਤ ਵਧੀਆ ਕੀਤਾ ਜੀ, ਬਹੁਤ ਵਧੀਆ ਕਿ ਅਸੀਂ ਹੁਣ ਰੈਲੀਆਂ ਕਰਾਂਗੇ ਬਰਾਬਰ। ਤੇ ਰੈਲੀ ਜਿਹੜੀ ਹੋਣ ਜਾ ਰਹੀ ਹੈ, ਇਹ ਆਗਾਜ਼ ਵੀ ਹੋਊਗੀ ਪੰਜਾਬ ਚੋਣਾਂ ਦਾ। ਬਿਗਲ ਵੱਜੂਗਾ, ਬਿਗਲ ਵੱਜ ਰਿਹਾ, ਬਿਗਲ ਵੱਜ ਜਾਊਗਾ। ਹਾਂ, ਬਿਗਲ ਵੱਜ ਜਾਊਗਾ, ਪਰ ਤੋੜ ਲਾਂਗੇ ਬਈ ਕਿੰਨੇ ਕੁ ਲੋਕ ਆਏ ਆ, ਵਧਾਉਣੇ ਕਿਵੇਂ ਆ, ਗਾਹਾਂ ਵਾਲੀ ਰਣਨੀਤੀ ਕੀ ਹੋਊਗੀ। ਇੱਕ ਵਾਰੀ ਆਪਾਂ ਇਹਨਾਂ ਨੂੰ ਦਿਖਾ ਦਿਆਂਗੇ ਕਿ ਅਸੀਂ ਖੜੇ ਕਿੱਥੇ ਆ। ਜਿਹੜੇ ਕਹਿੰਦੇ ਆ ਨਾ ਸੁਖਬੀਰ ਵਰਗੇ ਕੈਪਟਨ ਸਾਹਿਬ ਦੀ ਸ਼ਹਿ ਤੇ ਕਿ ਸਾਡਾ ਤਾਂ ਮੁਕਾਬਲਾ ਕਾਂਗਰਸ ਨਾਲ, ਆਪਣੇ ਨਾਲ ਤਾਂ ਹੈ ਹੀ ਨਹੀਂ। ਜਿਹੜੇ ਇਹ ਗੱਲ ਕਹਿੰਦੇ ਆ, ਜਦੋਂ ਪੁੱਛਦੇ ਆ ਕਿ ਕਾਂਗਰਸ ਵੀ ਖਤਮ ਹੈ, ਉਹ ਵੀ ਖਤਮ ਹੈ ਜੀ। ਉਹ ਮਤਲਬ ਇਸ ਤਰ੍ਹਾਂ ਦਿਖਾ ਰਹੇ ਨੇ ਕਿ ਜਿਵੇਂ ਅਸੀਂ ਸਾਡੀ ਕੋਈ ਇਹ ਗਿਣਤੀ 'ਚ ਨਹੀਂ ਹੈਗੀ। ਉਹ ਇਸ ਕਰਕੇ ਅਮਰ ਇਹ ਚੀਜ਼ ਦੀਆਂ ਜੜ੍ਹਾਂ ਵੀ, ਇਸ ਚੀਜ਼ ਦੀ ਜਿਹੜੀ ਖਾਸ ਕਾਰਨ ਆ ਉਹ ਵੀ RSS ਨਾਲ ਜੁੜਦਾ ਕਿ ਉਹਨਾਂ ਨੂੰ ਪਤਾ, ਸੁਖਬੀਰ ਨੂੰ ਪਤਾ ਕਿ ਇਹਨਾਂ 'ਚ RSS ਦੀ ਘਸਵੈਟ ਹੋਊਗੀ, ਇਹਨਾਂ ਦੇ ਪੱਲੇ ਪੁੱਲੇ ਕੁਝ ਨਹੀਂ। ਜੇ 2-4 MLA ਬੇਜਿੱਤ ਵੀ ਗਏ, ਉਹ ਸੋਚਦਾ ਉਹ ਕਾਜ ਬੁੱਝ ਜਾਣੀ ਹੈ। ਸਭ ਤੋਂ ਵੱਡਾ ਕਾਰਨ ਹੈ, ਉਹਨਾਂ ਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ। ਠੀਕ ਹੈ ਭਾਜੀ, ਆਪਣਾ ਟਾਈਮ ਵੀ ਹੋ ਗਿਆ ਅੱਜ, ਤੇ ਬਹੁਤ ਵਧੀਆ ਗੱਲਾਂ ਰਹੀਆਂ RSS ਬਾਰੇ, ਇਸ ਸੰਸਥਾ ਬਾਰੇ ਹੋਰ ਵੀ ਗੱਲਾਂ ਹੋਣੀਆਂ ਚਾਹੀਦੀਆਂ। ਔਰ ਮੈਂ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਤੁਸੀਂ ਵੀ ਇਸ ਚੀਜ਼ ਤੇ ਵਿਚਾਰ ਕਰਿਓ, ਕਿਉਂਕਿ ਇਸ ਸੰਸਥਾ ਦਾ ਕੋਈ ਵੀ ਆਪਣੇ ਭਾਰਤ ਨੂੰ ਲਾਭ ਨਹੀਂ ਹੋਇਆ ਤੇ ਇਹਨੇ ਨੁਕਸਾਨ ਬਹੁਤ ਕੀਤਾ ਭਾਰਤ ਦਾ। ਤੋ ਇਹ ਸੰਸਥਾ ਦੇ ਬਾਰੇ ਵਿੱਚ ਵੀ ਆਵਾਜ਼ ਉਠਣੀ ਚਾਹੀਦੀ ਆ ਕਿ ਇਸ ਸੰਸਥਾ ਦੇ ਖਿਲਾਫ ਵੀ ਬੋਲਣਾ ਚਾਹੀਦਾ ਲੋਕਾਂ ਨੂੰ। ਤੇ ਹਰਤਾਜ ਭਾਜੀ, ਤੁਹਾਡੀਆਂ ਬਹੁਤ ਵਧੀਆ ਲੱਗੀਆਂ ਗੱਲਾਂ ਮੈਨੂੰ, ਪਰ ਮੈਂ ਸਾਰੀਆਂ ਗੱਲਾਂ ਨਾਲ ਤੁਹਾਡੇ ਨਾਲ ਸਹਿਮਤ ਹਾਂ ਜਾਂ ਨਹੀਂ ਹਾਂ ਤੇ ਚਲੋ ਗੱਲ ਵੱਖਰੀ ਆ। ਪਰ ਤੁਸੀਂ ਗੱਲਾਂ ਬਹੁਤ ਵਧੀਆ ਕਹੀਆਂ। ਔਰ ਤੁਸੀਂ ਆਪਣੇ 20 ਮਾਰਚ ਜੋ 21 ਮਾਰਚ ਨੂੰ ਜੋ ਹੋ ਰਹੀ ਹੈ ਰੈਲੀ, ਉਹਦੇ ਬਾਰੇ ਵੀ ਤੁਸੀਂ ਗੱਲ ਕੀਤੀ, ਬਹੁਤ ਬਹੁਤ ਧੰਨਵਾਦ। ਤੇ ਆਪਾਂ ਇਸ ਪ੍ਰੋਗਰਾਮ ਨੂੰ ਫਿਰ ਕੈਰੀ ਆਨ ਰੱਖਾਂਗੇ ਅਗਲੀ ਮੰਗਲਵਾਰ ਮਾਰਨਿੰਗ, ਤੁਹਾਡੇ ਮਾਰਨਿੰਗ ਆ ਮੰਗਲਵਾਰ ਦੀ, ਸਾਡੇ ਇੱਧਰ ਮੰਡੇ ਦੀ ਸ਼ਾਮ ਆ। ਤੇ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਜੀ। ਤਦ ਲਈ ਧੰਨਵਾਦ, ਸਤਿ ਸ੍ਰੀ ਅਕਾਲ, ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।